experts need an expert. ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਟੂ ਦ ਸ਼ੋ। ਜਿੱਦਾਂ ਤੁਹਾਨੂੰ ਪਤਾ ਆ ਕਿ ਅੱਜ ਫਰਾਈਡੇ ਆ ਤਾਂ ਆਪਾਂ ਤੁਹਾਡੇ ਨਾਲ ਜੋ ਇਮੀਗ੍ਰੇਸ਼ਨ ਦੀ ਐਡਵਾਈਸ ਆ ਤੁਹਾਨੂੰ ਦੇਣ ਆ ਗਏ ਆ ਅਤੇ ਲੇਟੈਸਟ ਅਪਡੇਟਸ ਦੇਣ ਆ ਗਏ ਆ ਜੀ ਕਰੋਨਾ ਬਾਰੇ ਕਿ ਕੀ ਹੋ ਰਿਹਾ ਕੀ ਨਹੀਂ। ਸੋ ਪਹਿਲਾਂ ਤਾਂ ਆਪਾਂ ਕਰੋਨਾ ਦਾ ਤੁਹਾਨੂੰ ਅਪਡੇਟ ਦੇ ਦਈਏ ਕਿ ਕੀ ਹੋ ਰਿਹਾ ਕੀ ਨਹੀਂ, ਕਿਉਂਕਿ ਵੈਸੇ ਤਾਂ ਇਹ ਸ਼ੋ ਇਮੀਗ੍ਰੇਸ਼ਨ ਬਾਰੇ ਆ, ਪਰ ਜਦ ਦਾ ਇਹ ਕਰੋਨਾ ਦਾ ਸਿਲਸਿਲਾ ਸ਼ੁਰੂ ਹੋਇਆ ਜਦ ਦਾ ਹਰ ਹਫ਼ਤੇ ਆਪਾਂ ਤੁਹਾਨੂੰ ਅਪਡੇਟਸ ਦੇ ਰਹੇ ਹਾਂ ਕਿ ਜੀ ਕੀ ਹੋ ਰਿਹਾ ਕੀ ਨਹੀਂ, ਵੈਕਸੀਨਸ ਕੀ ਆ, ਆਪਾਂ ਡਾਕਟਰਾਂ ਤੋਂ ਤੁਹਾਨੂੰ ਸਲਾਹਾਂ ਦੇ ਰਹੇ ਹਾਂ, ਨਰਸਾਂ ਤੋਂ ਸਲਾਹਾਂ ਦੇ ਰਹੇ ਹਾਂ, ਤੁਹਾਨੂੰ ਦੱਸ ਰਹੇ ਹਾਂ ਤੁਹਾਡੀ ਸਿਹਤ ਲਈ ਕੀ ਅੱਛਾ ਕੀ ਨਹੀਂ, ਐਕਚੁਅਲੀ ਹੋ ਕੀ ਰਿਹਾ। ਕਿਉਂਕਿ ਅਕਸਰ ਆ ਕਿ ਜੋ ਇਨਫੋਰਮੇਸ਼ਨ ਦਿੱਤਾ ਜਾ ਰਿਹਾ ਉਹ ਸਾਰਾ ਅੰਗਰੇਜ਼ੀ 'ਚ ਆ ਐਂਡ ਸਮਟਾਈਮਸ ਵੀ ਡੋਂਟ ਗੈਟ ਦ ਰਾਈਟ ਇਨਫੋਰਮੇਸ਼ਨ ਦੈਟ ਫਿਲਟਰਸ ਆਰ ਵੇ। ਤਾਂ ਆਪਣੀ ਕਮਿਊਨਿਟੀ ਦੀ ਗੱਲ ਤੁਹਾਨੂੰ ਪਤਾ ਹੈ, ਇੱਕ ਦੀ 11 ਬਣਾਉਣੀ ਤਾਂ ਬਹੁਤ ਆਸਾਨ ਹੀ ਕੰਮ ਹੈ ਜੀ, ਉਹ ਤਾਂ ਸਕਿੰਟਾਂ 'ਚ ਹੀ ਬਣਾ ਦਿੰਦੇ ਆ ਅਤੇ ਗੱਲ ਕਿਤੇ ਨਾ ਕਿਤੇ ਲੈ ਲੈਂਦੇ ਆ, ਜੋ ਅਸਲੀਅਤ ਉਹਦੇ ਵਿੱਚ ਛੁਪ ਜਾਂਦੀ ਹੈ। ਸੋ ਜੋ ਇਹ ਹੈ ਜੀ ਕਿ ਅੱਜ ਦਾ ਸਿਚੁਏਸ਼ਨ ਕੀ ਹੈ ਜੀ, ਅੱਜ ਦਾ ਸਿਚੁਏਸ਼ਨ ਹੈ ਜੀ ਕਿ ਇਹ ਗੌਰਮੈਂਟ ਫਿਰ ਇੱਕ ਵਾਰੀ ਕਰੋਨਾ ਤੋਂ ਪਰੇਸ਼ਾਨ ਆ ਔਰ ਥੋੜ੍ਹੀ ਜਿਹੀ ਗੰਭੀਰਲੀ ਲੈ ਰਹੀ ਆ, ਕਿਉਂਕਿ ਮੌਤਾਂ ਇਨਕਰੀਜ਼ ਹੋ ਰਹੀਆਂ ਔਰ ਜਿਹੜੇ ਲੋਕ ਇਨਫੈਕਟਡ ਆ ਐਵਰੀ ਡੇ ਉਹ ਨੰਬਰ ਅਪ ਜਾ ਰਿਹਾ। ਉਹਦੇ ਵਿੱਚ ਇਹ ਅਪ ਜਾ ਰਿਹਾ ਅਤੇ ਇਹਦੇ ਵਿੱਚ ਥੋੜ੍ਹੀ ਇਹਨਾਂ ਨੂੰ ਕਿਹਾ ਗਿਆ ਗੌਰਮੈਂਟ ਨੂੰ ਕਿ ਦੇਖੋ ਜੀ ਕਿ ਤੁਸੀਂ ਪਲਾਨ ਬਣਾਓ ਕਿ ਜੇ ਫਿਰ ਵੱਧ ਗਿਆ ਕਰੋਨਾ ਤੁਸੀਂ ਕੀ ਕਰੋਗੇ ਕੀ ਨਹੀਂ, ਤਾਂ ਕਿ ਲੋਕਾਂ ਨੂੰ ਘੱਟ ਤੋਂ ਘੱਟ ਡਿਸਰਪਸ਼ਨ ਹੋਵੇ ਅਤੇ ਲੋਕਡਾਊਨਾਂ ਨਾ ਹੋਣ ਅਤੇ ਇਹਦਾ ਜੋ ਕਰੋਨਾ ਇਹਨੂੰ ਹਟਾਇਆ ਜਾਵੇ ਜਾਂ ਇਹਦੀ ਰਿਸਕ ਜੋ ਹੈਗੀ ਮਿਨੀਮਾਈਜ਼ ਕੀਤੀ ਜਾ ਰਹੇ। ਸੋ ਇਟਸ ਕੁਆਇਟ ਜੋ ਹੈਗਾ ਆ ਇੰਪੋਰਟੈਂਟ ਹੈਗਾ ਕਿ ਇਸ ਵੇਲੇ ਕੀ ਹੋਇਆ ਕੀ ਨਹੀਂ। ਪਿਛਲੇ 24 ਘੰਟਿਆਂ ਦੇ ਵਿੱਚ 180 ਜੋ ਹੈਗੇ ਵਿਅਕਤੀ ਪੂਰੇ ਹੋਏ ਕਰੋਨਾ ਤੋਂ। ਸੋ ਹੌਲੀ ਹੌਲੀ ਵੱਧ ਰਿਹਾ, ਜੋ ਪਿਛਲੇ ਦਿਨਾਂ 'ਚ 100 ਸੀ 120 ਸੀ, ਇਹ ਹੌਲੀ ਹੌਲੀ ਹੁਣ ਜੋ ਹੈਗਾ 180 'ਤੇ ਆ ਗਿਆ ਅਤੇ ਲਗਭਗ 50,000 ਇਨਫੈਕਸ਼ਨ ਹੋ ਰਹੀ ਹੈ ਦਿਹਾੜੀ ਦੇ ਵਿੱਚ। ਕੱਲ੍ਹ 52,000 ਸੀਗੀਆਂ ਇਨਫੈਕਸ਼ਨਾਂ ਤਾਂ 115 ਮੌਤਾਂ ਸੀਗੀਆਂ ਅਤੇ ਲਾਸਟ ਫਰਾਈਡੇ 45,000 45,000 ਸੀਗੀਆਂ ਇਨਫੈਕਸ਼ਨਾਂ ਅਤੇ 145 ਜੋ ਸੀਗੀਆਂ ਮੌਤਾਂ ਹੈਗੀਆਂ। ਸੋ ਮੌਤਾਂ ਇਸ ਹਫ਼ਤੇ ਵਧੀਆਂ ਆ ਥੋੜ੍ਹੀ ਜਿਹੀਆਂ ਇਨ ਕੰਪੈਰੀਜ਼ਨ ਟੂ ਲਾਸਟ ਈਅਰ। ਬਾਕੀ ਜੋ ਲੋਕ ਇਨਫੈਕਟਡ ਹੈਗੇ ਆ ਜੀ ਉਹ ਵੀ ਉਹਨਾਂ ਦਾ ਨੰਬਰ ਵੱਧ ਚੁੱਕਾ ਆ। ਗਵਰਨਮੈਂਟ ਇਹੀ ਕਹਿ ਰਹੇ ਆ ਜੀ ਕਿ ਜਿਨ੍ਹਾਂ ਕੋਲ ਟੀਕਾ ਹਲੇ ਨਹੀਂ ਲਵਾਇਆ ਉਹਨਾਂ ਨੂੰ ਲਵਾਉਣਾ ਚਾਹੀਦਾ ਵੈਕਸੀਨ ਦਾ, ਅਤੇ ਕੁਛ ਲੋਕ ਮੇਰੇ ਅੰਗਰ ਉਹਨਾਂ ਦਾ ਤੀਆ ਵੀ ਜੋ ਜਿਹਨੂੰ ਬੂਸਟਰ ਸੱਦਦੇ ਆ ਉਹ ਵੀ ਲੱਗਣ ਵਾਲਾ ਆ, ਸੋ ਉਹ ਵੀ ਲਵਾ ਲਓ। ਇਹ ਜ਼ਿਆਦਾ ਤੋਂ ਜ਼ਿਆਦਾ ਜੋ ਸਾਇੰਟਿਸਟ ਕਹਿ ਰਹੇ ਕਿ ਲੋਕਾਂ ਦੀ ਜਾਨਾਂ ਬਚਾਉਣ ਵਾਲੀ ਟੀਕੇ ਹੀ ਆ। ਸੋ ਟੀਕਿਆਂ ਨੇ ਵੈਕਸੀਨਸ ਪਲੇਡ ਦੇ ਪਾਰਟ ਇਨ ਪ੍ਰੀਵੈਂਟਿੰਗ ਅ ਲੋਟ ਆਫ ਡੈਥਸ। ਕਿ ਤੁਹਾਨੂੰ ਚੇਤਾ ਹੋਊਗਾ ਇੱਕ ਟਾਈਮ 'ਤੇ ਜਦੋਂ ਲੋਕਡਾਊਨ ਹੋਇਆ ਅਤੇ ਹਜ਼ਾਰ ਦਿਹਾੜੀ ਦੇ ਲੋਕ ਮਰ ਰਹੇ ਸੀਗੇ, 1000 1100 900 1200 ਆਮ ਸੀਗਾ, ਜੋ ਕਿ ਬਹੁਤ ਜ਼ਿਆਦਾ ਆ ਯੂਕੇ ਦੇ ਵਿੱਚ। ਸੋ ਇਸ ਹਿਸਾਬ ਨਾਲ ਆਪਾਂ ਹੁਣ ਗਵਰਨਮੈਂਟ ਨੇ ਇਹੀ ਕਿਹਾ ਕਿ ਦੇਖੋ ਜੀ ਕਿ ਧਿਆਨ ਨਾਲ ਤੁਸੀਂ ਰਹੋ ਐਂਡ ਜੇ ਤੁਸੀਂ ਹੌਲੀਡੇ ਜਾਣਾ ਵੀ ਆ ਤਾਂ ਤੁਸੀਂ ਪਹਿਲਾਂ ਫਲਾਈਟਾਂ ਚੈੱਕ ਕਰ ਲਿਓ, ਉਹਨਾਂ ਜਿੱਥੇ ਜਾਣਾ ਉੱਥੇ ਰੂਲ ਚੈੱਕ ਕਰ ਲਓ ਕਿ ਜੀ ਕਿੱਦਾਂ ਜਾਣਾ ਕਿੱਦਾਂ ਨਹੀਂ, ਕਿੰਨੇ ਟੀਕੇ ਚਾਹੀਦੇ ਆ। ਆਪਣਾ ਕੋਵਿਡ ਜੋ ਪਾਸਪੋਰਟ ਹੈਗਾ ਆ NHS ਐਪ 'ਤੇ ਉਹਨੂੰ ਯੂਜ਼ ਕਰੋ ਦਿਖਾਉਣ ਲਈ, ਉਹ ਅੱਜ ਕੱਲ੍ਹ ਸਾਰੇ ਪਾਸੇ ਮੰਗਦੇ ਆ ਜੀ। ਤੁਸੀਂ ਲਾਰਜ ਇਵੈਂਟ 'ਤੇ ਜਾਓ ਜਾਂ ਤੁਸੀਂ ਹੌਲੀਡੇ 'ਤੇ ਜਾਓ ਅਤੇ ਕਈ ਮੁਲਕਾਂ ਨੇ ਤਾਂ ਇਹ ਵੀ ਕਿਹਾ ਜੀ ਹੁਣ ਤੀਆ ਟੀਕਾ ਵੀ ਲੱਗਿਆ ਹੋਣਾ ਚਾਹੀਦਾ ਤਾਂ ਆ ਸਕਦੇ ਹਾਂ। ਸੋ ਮੇਕ ਸ਼ੋਰ that you have the right so COVID requirements in order to go abroad, ਉਹ ਤੁਸੀਂ ਮੇਕ ਸ਼ੋਰ ਕਰੋ। ਕੋਵਿਡ ਦਾ ਜੋ ਹੈਗਾ ਸਿਚੁਏਸ਼ਨ ਕਿ ਇਹ ਹਜੇ ਕਿਤੇ ਹੀ ਨਹੀਂ ਗਈ, ਕੋਵਿਡ ਜੋ ਹੈਗੀ ਆ ਇਹ ਇੱਥੇ ਹੀ ਆ ਔਰ ਗਵਰਨਮੈਂਟ ਇਹ ਕਹਿ ਰਹੀ ਆ ਕਿ ਬਹੁਤ ਸਾਇੰਟਿਸਟ ਕਹਿ ਰਹੇ ਕਿ ਸ਼ਾਇਦ ਬਹੁਤ ਸਾਲਾਂ ਲਈ ਸਾਡੇ ਨਾਲ ਰਹੇ ਜਿੱਦਾਂ ਫਲੂ ਨਾਲ ਆਪਾਂ ਰਹੀਦਾ ਹੈ। ਸੋ ਇਹ ਸਾਨੂੰ ਸਿੱਖਣਾ ਪੈਣਾ ਜੀ ਕਿ ਇਹਦੇ ਨਾਲ ਜੀਣਾ ਕਿੱਦਾਂ ਹੈ ਕਿੱਦਾਂ ਨਹੀਂ। ਬਾਕੀ ਆਪਣਾ ਜੋ ਕਿਉਂਕਿ ਟੀਕੇ ਲੱਗ ਗਏ ਲੋਕਾਂ ਦੇ ਥੋੜ੍ਹੇ ਕਾਫੀ ਚਿਰ ਹੋ ਗਿਆ, ਲੋਕਾਂ 'ਚ ਥੋੜ੍ਹੇ ਲਾਪਰਵਾਹੀ ਵੀ ਆ ਗਈ, ਮੇਰੇ ਖੁਦ 'ਚ ਆ ਗਈ ਆ।
ਕਿ ਲੋਕ ਮਾਸਕ ਪਾਉਣੋਂ ਹਟ ਗਏ, ਹੱਥ ਸੈਨੀਟਾਈਜ਼ ਕਰਨੋਂ ਹਟ ਗਏ, ਦੂਰੀ ਰੱਖਣੋਂ ਹਟ ਗਏ, ਬਟ ਇਹ ਚੀਜ਼ਾਂ ਹੱਲੇ ਵੀ ਤੁਹਾਡੀ ਜਾਨ ਬਚਾ ਸਕਦੀਆਂ। ਸੋ ਆਪਾਂ ਪਲੀਜ਼ ਜੋ ਹੈਗਾ ਆ ਇਹਨੂੰ ਧਿਆਨ ਨਾਲ ਰੱਖਣਾ ਆ। ਬਾਕੀ ਇਹ ਵੀ ਨਾ ਸੋਚੋ ਜੀ ਕਿ ਇੰਡੀਆ 'ਚ ਕੋਵਿਡ ਹਟ ਗਈ, ਹੈ ਨਹੀਂ, ਸਾਰੇ ਪਾਸੇ ਹੈਗੀ ਹੈ ਜੀ, ਕੋਈ ਜਗ੍ਹਾ ਇੱਦਾਂ ਦੀ ਨਹੀਂ ਜਿੱਥੇ ਕੋਵਿਡ ਹੈ ਨਹੀਂ ਜਾਂ ਹਟੀ ਹੋਵੇ। ਸੋ ਪਲੀਜ਼ ਤੁਸੀਂ ਆਪਣਾ ਧਿਆਨ ਰੱਖਣਾ। ਮੈਂ ਖਾਸ ਤੌਰ 'ਤੇ ਆਪਣੇ ਬਜ਼ੁਰਗਾਂ ਨੂੰ ਕਹਿ ਰਿਹਾ ਜੀ ਇਹ ਗੱਲ, ਥੋੜ੍ਹਾ ਤੁਸੀਂ ਸਿਆਣਪ ਵਰਤਣਾ। ਮੈਨੂੰ ਪਤਾ ਤੁਸੀਂ ਇੰਡੀਆ ਜਾਣ ਨੂੰ ਤੁਹਾਡੀ ਆਤਮਾ ਤੜਪ ਰਹੀਆਂ ਇਸ ਵੇਲੇ ਕਿ ਜੀ ਆਪਾਂ ਇੰਡੀਆ ਜਾਈਏ, ਉੱਥੇ ਵਿਆਹ ਖਾਈਏ, ਆਪਾਂ ਖੇਤਾਂ 'ਚ ਬੈਠੀਏ, ਚੌਧਰ ਕਰੀਏ, ਟਾਈ ਲਾ ਕੇ ਫਿਰੀਏ, ਬਟ ਤੁਸੀਂ ਦੇਖੋ ਕਿ ਆਪਾਂ ਆਪਣੀ ਸਿਹਤ ਹੀ ਸਾਰਾ ਕੁਛ ਹੈ ਜੀ। ਇਹ ਚੀਜ਼ਾਂ ਤਾਂ ਹੀ ਚੰਗੀਆਂ ਲੱਗਦੀਆਂ ਜੇ ਜਾਨ ਹੋਊਗੀ। ਔਰ ਐਤਕੀ ਪਿਛਲੇ ਆਪਾਂ 2 ਮਹੀਨੇ ਚਲਾਈਏ, ਮੈਂ ਤੁਹਾਨੂੰ ਖੁਦ ਦੱਸਦਾ ਮੇਰੇ ਐਕਸਪੀਰੀਅੰਸ, ਮੇਰੇ ਜਾਣਨੇ ਵਾਲਿਆਂ 'ਚੋਂ 2 ਤਾਂ ਸਾਡੇ ਜਾਣਨੇ ਵਾਲੇ ਜੋ ਅੱਛੇ ਮਿੱਤਰ ਸੀਗੇ ਉਹ ਪੂਰੇ ਹੋਏ, 40 ਸਾਲਾਂ ਤੋਂ ਥੱਲੇ ਸੀਗੇ। ਸੋ ਉਹ ਮਿਊਜ਼ਿਕ ਇੰਡਸਟਰੀ ਵਿੱਚ ਸੀ, ਤਾਂ ਇੱਕ ਤਾਂ ਹੁਣੇ ਇਸ ਹਫ਼ਤੇ ਪੂਰੇ ਹੋਇਆ। ਤਾਂ ਉਹਦੇ ਵਿੱਚ ਮੈਂ ਤੁਹਾਨੂੰ ਇਹੀ ਕਹੂੰਗਾ, ਦੇਖੋ ਜੀ ਆਪਣੀ ਜਾਨ ਆਪਣੇ ਹੱਥ 'ਚ ਆ, ਤੁਸੀਂ ਆਪਣੀ ਕੋਸ਼ਿਸ਼ ਕਰੋ ਕਿ ਆਪਾਂ ਬਚਾ ਕਿੱਦਾਂ ਕਰਨਾ। ਦੈਟਸ ਦ ਮੇਨ ਥਿੰਗ ਜੋ ਚਾਹੀਦਾ ਹੈ ਤੁਹਾਨੂੰ, ਬਚਾ ਕਰਨਾ। ਐਂਡ ਜੋ ਕੋਵਿਡ ਵਿੱਚ ਹੋ ਰਿਹਾ ਜੀ ਉਹ ਪਤਾ ਹੀ ਆ, ਗਵਰਨਮੈਂਟ ਪਲਾਨਾਂ ਬਣਾ ਰਹੀ ਆ ਕਿ ਆਪਾਂ ਕਿੱਦਾਂ ਇਹਨੂੰ ਟੈਕਲ ਕਰੀਏ, ਕਿੱਦਾਂ ਨਹੀਂ। ਬਟ ਹਜੇ ਐਡਵਾਈਸ ਹੋਈ ਹੈ ਜੀ ਕਿ ਜੋ ਪਹਿਲਾਂ ਲੋਕਡਾਊਨ ਤੋਂ ਹੋਇਆ ਸੀ ਉਹ ਤੁਸੀਂ ਆਪਣਾ ਐਡਵਾਈਸ ਰੱਖੋ, ਸੈਨੀਟਾਈਜ਼ ਯੋਰ ਹੈਂਡਸ, ਸਟੇ ਦੂਰ ਰਹਿਣਾ, ਮਾਸਕ ਪਾ ਕੇ ਰੱਖਣਾ ਜੇ ਬਾਹਰ ਜਾਣਾ। ਤਾਂ ਆਲਸੋ ਤੁਸੀਂ ਆਪਣੇ ਟੀਕੇ ਜ਼ਰੂਰ ਲਵਾਉਣੇ ਆ, ਕਿਉਂ ਉਹ ਟੀਕਿਆਂ ਨੇ ਤੁਹਾਡੀ ਜਾਨ ਬਚਾਉਣ ਵਿੱਚ ਚਾਂਸ ਤੁਹਾਨੂੰ ਦੇ ਸਕਦੀ ਹੈ। ਔਰ ਆਪਾਂ ਜਿਹੜੀ ਚੀਜ਼ ਤੁਹਾਨੂੰ ਚਾਂਸ ਦੇਵੇ ਉਹ ਤਾਂ ਅਪਣਾ ਲੈਣੀ ਚਾਹੀਦੀ, ਖਾਸ ਤੌਰ 'ਤੇ ਮੁਫਤ ਵਿੱਚ। ਸੋ ਪਲੀਜ਼ ਆਪਣਾ ਤੁਸੀਂ ਖਿਆਲ ਰੱਖਣਾ। ਮੈਂ ਸਿਆਣਿਆਂ ਨੂੰ ਖਾਸ ਤੌਰ 'ਤੇ ਹੀ ਕਹਿਣਾ, ਪਰ ਆਲਸੋ people around my age, it's not just for the elderly, there's people around my age who are falling victim to COVID. So like I said, 2 of my people who have known acquaintances under the age of 40 in the last couple of months, both have passed away. And when you look at them, fit as a fiddle, nothing wrong with them. And people who I know have had COVID, they said it's sucked the life out of them. So ਆਪਾਂ ਨੂੰ ਵੀ ਖਿਆਲ ਰੱਖਣਾ ਚਾਹੀਦਾ, especially like me, if your kids are young, or even if they're not young, your kids still need you around, right? We don't need to die for our kids, we need to live for them. So if I ask you what will you do for your family, and you said, oh, I'll die for my family, I don't want you to die for your family. Your family don't want you to die for them, you need to live for them. So ਆਪਣਾ ਜੋ ਹੈਗਾ ਆ ਸਿਹਤ ਦਾ ਧਿਆਨ ਰੱਖੋ। ਆ ਪਿੱਛੇ ਮੈਂ ਵੀ ਲਾਪਰਵਾਹੀ ਇਹ ਕੀਤੀ, ਬਟ ਸੋਹਣਾ ਮੈਂ 4-5 ਹਫ਼ਤੇ ਜਿਮ ਗਿਆ ਲਗਾਤਾਰ, ਭਾਰ ਗਿਆ ਘਟਿਆ। ਅੱਜ 1 ਹਫ਼ਤੇ ਨਹੀਂ ਗਿਆ, ਸਾਨੂੰ ਤਾਂ ਪਾਣੀ ਵੀ ਲੱਗ ਜਾਂਦਾ, ਕੀ ਦੱਸਾਂ, ਸਾਹ 4 ਵਾਧੂ ਲੈ ਲਵਾਂ ਤਾਂ ਵੀ ਭਾਰ ਵੱਧ ਜਾਂਦਾ, ਬਬਰੂਈਆ ਫਿਰ ਹੋ ਗਿਆ, ਪੈਂਟਾਂ ਫਿਰ ਫਸਣ ਰਹੀਆਂ। ਰਾਈਟ, ਸੋ ਇਹ ਤਾਂ ਸੀਗਾ ਕੋਵਿਡ ਦਾ ਜੋ ਹੈਗਾ ਸਿਚੁਏਸ਼ਨ। ਲੋਕਾਂ ਨੇ ਜੇ ਮੈਸੇਜ ਭੇਜਣੇ ਆ, ਵਾਂਟ ਮੀ ਟੂ ਰੀਡ ਯੋਰ ਮੈਸੇਜਸ ਆਊਟ, ਬਰਥਡੇ ਰਿਕੁਐਸਟ ਔਰ ਵਾਟਐਵਰ, ਜਾਂ ਤਾਂ WhatsApp ਕਰੋ ਜਾਂ ਤਾਂ Facebook ਮੈਸੇਂਜਰ 'ਤੇ ਤੁਸੀਂ ਮੈਨੂੰ ਮੈਸੇਜ ਭੇਜੋ ਜਾਂ ਟਵੀਟ ਕਰ ਦਿਓ। ਸੋ ਯੂ ਕੈਨ ਡੂ ਦੈਟ and I'll try and read your message out. Please try and send it before 7:50 so I can read it out. ਕੀ ਹੋ ਗਿਆ ਸਰ? ਆ ਤਾਂ ਮੈਂ ਗਾਇਬ ਹੀ ਹੋ ਗਿਆ, ਬਟ TV ਤੋਂ ਆ ਤਾਂ ਮੇਰਾ ਖਿਆਲ ਆ। ਹੈਲੋ, ਇਹ ਤਾਂ ਭੂਤ ਬੰਗਲਾ ਵਾਲੀ ਬਾਤ ਹੋ ਗਈ। ਉਹ ਹੈਲੋਵੀਨ ਆ ਤਾਂ ਤੁਹਾਡੇ ਉਹ ਪੱਲੇ ਤੁਹਾਡੇ ਨਹੀਂ ਸਰ, ਅਭੀ ਕਿੱਥੋਂ ਆ ਗਏ? ਲੈ ਤੁਸੀਂ ਤਾਂ ਆ ਕੀ ਹੋ ਰਿਹਾ? ਮੈਂ ਤੁਹਾਨੂੰ ਟਰਮੀਨਲ ਗੋਸਟ ਕੋਵਿਡ ਸਵਾਹ ਗਾਇਬ ਕਰਨੀਆਂ ਤਾਂ ਬੰਦੇ ਗਾਇਬ ਹੋਈ ਜਾਂਦੇ ਆ। ਉਹ ਲੈ ਤਾਂ ਖਾਲੀ ਸਕਰੀਨ ਆ ਗਈ, ਲੈ ਲੁੱਕ ਸੀ ਆ ਗਿਆ ਬੱਬਰੂ ਜਿਹਾ, ਲੈ ਕੈਮਰਾ ਸਵਿਚ ਕਰਤਾ ਇਹਨਾਂ ਨੇ। ਸਹੀ ਰਾਈਟ, ਇੱਦਾਂ ਵੀ ਹੋ ਜਾਂਦੀ ਕਦੇ ਕਦੇ ਲਾਈਵ TV 'ਚ। ਓਕੇ, ਸਾਡੇ ਨਾਲ ਤਾਂ ਬਾਲੀ ਹੁੰਦੀ ਆ। ਰਾਈਟ, ਸੋ ਹੋਰ ਹੁਣ ਮੈਂ ਕੀ ਕਰ ਰਿਹਾ ਪਿਛਲੇ ਕੁਛ ਹਫ਼ਤਿਆਂ ਤੋਂ? ਮੈਂ ਇਸ ਵੇਲੇ ਐਕਸਟ੍ਰੀਮਲੀ ਬਿਜ਼ੀ ਹਾਂ। ਤੁਹਾਨੂੰ ਬਿਜ਼ੀ ਮੈਂ ਕੀ ਦੱਸ ਸਕਦਾ? ਇਸ ਤੋਂ ਬਾਅਦ ਵੀ ਮੈਂ ਲੰਡਨ ਜਾਣਾ ਸ਼ੂਟਿੰਗ ਕਰਨ, ਕੁਛ ਜੋ ਹੈਗਾ ਸਾਡੇ ਪ੍ਰੋਜੈਕਟਸ ਚੱਲ ਰਹੇ ਆ ਫਿਲਮਾਂ ਦੇ ਅਤੇ TV ਦੇ। ਸੋ ਮੈਂ ਥੋੜ੍ਹਾ ਜਿਹਾ ਬਿਜ਼ੀ ਰਿਹਾ। ਚਲੋ ਉਹ ਤਾਂ ਕੰਮ ਮੈਂ ਆਪਣੇ ਸਪੇਅਰ ਟਾਈਮ 'ਚ ਕਰਦਾ, ਪਰ ਇਸ ਵੇਲੇ ਆਫਿਸ ਤੋਂ ਬੇਲ ਨਹੀਂ ਮਿਲ ਰਿਹਾ,
क्योंकि अपॉर्चुनिटीज़ मिल रहे आ खास तौर पर ਜਿਹੜੇ ਸਾਡੇ ਸਟੂਡੈਂਟ ਆ ਜਿਹੜੇ ਇੱਥੇ ਸਟੂਡੈਂਟ ਵੀਜ਼ਾ ਤੇ ਆਏ ਹੋ ਜਾਂ ਉਹਨਾਂ ਕੋਲ ਕੋਈ ਕੇਅਰ ਹੋਮ ਦਾ ਐਕਸਪੀਰੀਅੰਸ ਹੈਗਾ ਉਹਨਾਂ ਨੂੰ ਆਪਾਂ ਸਵਿਚ ਕਰ ਰਹੇ ਹਾਂ ਜੋ ਹੈਗੇ ਆ ਟੀਅਰ 2 ਵਰਕ ਪਰਮਿਟ ਵਿੱਚ। ਹੁਣ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਜੇ ਕੋਈ ਸਟੂਡੈਂਟ ਆਉਂਦਾ ਇੱਥੇ ਤਾਂ ਉਹ ਯੂਨੀ ਪੜ੍ਹਦਾ ਆ, ਫੀਸ ਅਪ ਟੂ ਡੇਟ ਆ, ਅਟੈਂਡੈਂਸ ਠੀਕ ਆ ਉਹਨਾਂ ਦੀ, ਅਤੇ ਉਹਨਾਂ ਨੂੰ ਜੇ ਐਮਪਲੋਇਰ ਲੱਭੇ ਤਾਂ ਉਹ ਇਹ ਸਵਿਚ ਕਰ ਸਕਦੇ ਆ ਵਰਕ ਪਰਮਿਟ ਦੇ ਵਿੱਚ। ਵਰਕ ਪਰਮਿਟ ਦਾ ਮਤਲਬ ਇਹ ਹੁੰਦਾ ਜੀ ਉਹ ਇਹ ਨਹੀਂ ਹੁੰਦਾ ਕਿ ਤੁਸੀਂ ਖੁੱਲ੍ਹਾ ਜਿੱਥੇ ਮਰਜ਼ੀ ਕੰਮ ਕਰੋ, ਉਹ ਵਰਕ ਪਰਮਿਟ ਨਹੀਂ ਹੁੰਦਾ, ਉਹ ਗ੍ਰੈਜੂਏਟ ਵੀਜ਼ਾ ਹੁੰਦਾ। ਉਹਦੇ ਬਾਰੇ ਮੈਂ ਦੱਸਦਾ ਤੁਹਾਨੂੰ ਠਹਿਰ ਕੇ। ਵਰਕ ਪਰਮਿਟ ਹੁੰਦਾ ਕਿ ਇੱਕ ਕੰਪਨੀ ਨਾਲ ਤੁਸੀਂ ਬੰਨ ਹੋ ਜਾਂਦੇ ਆ ਕਿ ਤੁਸੀਂ ਉਹਨਾਂ ਨਾਲ ਕੰਮ ਕਰ ਸਕਦੇ ਆ। ਜੇ ਤੁਸੀਂ 5 ਸਾਲ ਉਹਨਾਂ ਨਾਲ ਕੰਮ ਕਰਦੇ ਆ, ਟੀਅਰ 2 ਸਕਿਲਡ ਵਰਕਰ ਵੀਜ਼ਾ ਇਹਨੂੰ ਸੱਦਦੇ ਆ, ਉਹਦੇ ਥੱਲੇ ਤਾਂ ਤੁਸੀਂ ਪੱਕੇ ਹੋ ਜਾਂਦੇ ਆ। ਉਸ ਦੇ ਦੌਰਾਨ ਤੁਸੀਂ ਆਪਣੀ ਵਾਈਫ ਬੱਚਿਆਂ ਨੂੰ ਵੀ ਸੱਦ ਸਕਦੇ ਆ, ਤੁਹਾਡਾ ਜੋ ਡਿਪੈਂਡੈਂਟ ਆ ਖੁੱਲ੍ਹਾ ਕੰਮ ਕਰ ਸਕਦਾ ਆ। ਸੋ ਇਹ ਇੱਕ ਸੁਨਹਿਰੀ ਮੌਕਾ ਹੈ ਜੀ ਜੋ ਸਟੂਡੈਂਟ ਹੈਗੇ ਆ ਆਏ ਹੋ ਤੇ ਉਹਨਾਂ ਨੂੰ ਸਵਿਚ ਕਰਨ ਲਈ। ਜ਼ਰੂਰੀ ਨਹੀਂ ਕਿ ਜੀ ਕੇਅਰ ਹੋਮ ਤੁਹਾਡਾ ਐਮਪਲੋਇਰ ਹੋਵੇ, ਤੁਹਾਡਾ ਐਮਪਲੋਇਰ ਕੋਈ ਵੀ ਹੋ ਸਕਦਾ ਜਿਨ੍ਹਾਂ ਕੋਲ ਸਪੋਂਸਰ ਲਾਇਸੈਂਸ ਹੋਵੇ। ਸੋ ਐਮਪਲੋਇਰ ਨੂੰ ਸਪੋਂਸਰ ਲਾਇਸੈਂਸ ਦੀ ਜ਼ਰੂਰਤ ਪੈਂਦੀ ਹੈ। ਸਪੋਂਸਰ ਲਾਇਸੈਂਸ ਜੀ ਆਮ ਤੌਰ 'ਤੇ ਕੋਈ ਉੱਦਾਂ ਦਾ ਲਾਇਸੈਂਸ ਨਹੀਂ ਹੁੰਦਾ ਜੋ ਆਮ ਮਿਲਦਾ ਆ। ਇਹਦੇ ਲਈ ਅਪਲਾਈ ਕਰਨਾ ਪੈਂਦਾ ਹੋਮ ਆਫਿਸ ਨੂੰ, ਉਹ ਸਾਰੇ ਤੁਹਾਡੇ ਕਾਗਜ਼ ਚੈੱਕ ਕਰਦੀ, ਜਾਂਚ ਕਰਦੀ ਆ, ਤਾਂ ਫਿਰ ਉਹ ਦੇਖ ਕੇ ਦੱਸਦੀ ਕਿ ਤੁਹਾਨੂੰ ਲਾਇਸੈਂਸ ਦਿੱਤਾ ਜਾਵੇ ਜਾਂ ਨਹੀਂ। ਤਾਂ ਉਹਦੇ ਵਿੱਚ ਉਹ ਇੱਕ ਪਰਮਿਸ਼ਨ ਹੁੰਦੀ ਹੈ ਜੀ ਕਿ ਤੁਸੀਂ ਫੋਰਨ ਵਰਕਰ ਨੂੰ ਰੱਖ ਸਕਦੇ ਆ ਅਤੇ ਜੋ ਹੈਗੇ ਆਪਣੀ ਕੰਪਨੀ ਦੇ ਵਿੱਚ, ਉਹ ਕੰਪਨੀ ਨੂੰ ਇਸ਼ੂ ਕੀਤਾ ਜਾਂਦਾ। ਸੋ ਉਹ ਲਾਇਸੈਂਸ ਕੰਪਨੀ ਦੇ ਨਾਲ ਆ। ਜੇ ਖਾਸ ਕਰਕੇ ਤੇ ਕੰਪਨੀ ਨੂੰ ਕੁਛ ਹੋ ਜਾਵੇ, ਖਤਮ ਹੋ ਜਾਵੇ, ਤਾਂ ਲਾਇਸੈਂਸ ਵੀ ਖਤਮ ਉਹਨਾਂ ਦੇ ਨਾਲ ਹੋ ਜਾਂਦਾ ਆ। ਸੋ ਉਹ ਟੀਅਰ 2 ਲਾਇਸੈਂਸ ਦੇ ਨਾਲ ਜੀ ਆਪਾਂ ਜੋ ਹੈਗੇ ਸਟੂਡੈਂਟ ਹੈਗੇ ਉਹਨਾਂ ਨੂੰ ਫੁੱਲ ਟਾਈਮ ਵਰਕ ਪਰਮਿਟ ਦਵਾ ਸਕਦੇ ਹਾਂ ਕਿ ਤੁਸੀਂ ਕੰਪਨੀ ਨਾਲ ਕੰਮ ਕਰੋ। ਸਟੂਡੈਂਟ ਦਾ ਫਾਇਦਾ ਇਹ ਹੈ ਜੀ ਕਿ ਸਟੂਡੈਂਟ ਬਣ ਕੇ ਤਾਂ ਤੁਸੀਂ PR ਲੈ ਨਹੀਂ ਸਕਦੇ UK ਦੇ ਵਿੱਚ, ਇਹ ਕੋਈ ਇੱਦਾਂ ਦੀ ਸਕੀਮ ਹੈ ਨਹੀਂ। ਬਾਕੀ ਸਟੂਡੈਂਟ ਪੜ੍ਹਨ ਲਈ ਹਰ ਸਾਲ ਤੁਹਾਨੂੰ ਫੀਸ ਦੇਣੀ ਪੈਂਦੀ ਹੈ, ਘੱਟੋ ਘੱਟ 14-15 ਹਜ਼ਾਰ ਪਾਉਂਡ ਤਾਂ ਸਾਲ ਦੀ ਹੁੰਦੀ ਹੈ। ਸੋ ਸਟੂਡੈਂਟ ਜੇ ਸਵਿਚ ਹੋ ਜਾਵੇ ਜੀ ਫਿਰ ਉਹ ਫੀਸਾਂ ਤੋਂ ਬਚ ਜਾਂਦਾ, ਨਾਲੇ PR ਵਾਲੀ ਰੂਟ 'ਤੇ ਆ ਜਾਂਦਾ ਹੈ। ਹੁਣ ਜਿੱਦਾਂ ਆਮ ਤੌਰ 'ਤੇ ਜਿਹੜੇ ਬੈਚਲਰਸ ਪੜ੍ਹਨ ਆਏ ਉਹ ਆਪਣੇ ਹਸਬੈਂਡ ਵਾਈਫ ਨੂੰ ਨਹੀਂ ਬੁਲਾ ਸਕਦੇ, ਪਰ ਜੇ ਤੁਸੀਂ ਟੀਅਰ 2 'ਤੇ ਆ ਜਾਓ ਫਿਰ ਤੁਸੀਂ ਬੁਲਾ ਸਕਦੇ ਹੋ। ਸੋ ਇਹ ਚੀਜ਼ਾਂ ਜੋ ਹੈਗੀਆਂ ਕਾਫੀ ਓਪਰਚੁਨਿਟੀ ਆ ਇੱਕ। ਔਰ ख़ास तौर पे मैं जो लड़कियां प्रोग्राम देख रही हैं उन्होंने खास तौर पे कहना कि देखो जी है ਆਪਾਂ ਵਿਆਹ ਵੀ ਕਰਨੇ ਆ, ਆਪਾਂ ਬੇਬੀ ਵੀ ਬਣਾਉਣੇ ਆ, ਪਰ ਤੁਹਾਡਾ ਮਕਸਦ UK ਆਉਣ ਦਾ ਇਹ ਨਹੀਂ ਕਿ ਤੁਸੀਂ ਕਿਸੇ ਲਈ ਜਾਂ ਵੀਜ਼ਾ ਲੈਣ ਲਈ ਤੁਸੀਂ ਇੱਕ ਬੇਬੀ ਮੇਕਿੰਗ ਮਸ਼ੀਨ ਬਣਿਓ, BMM ਜਿਹਨੂੰ ਆਪਾਂ ਪਿਆਰ ਨਾਲ ਸੱਦਾਂਗੇ। ਤੁਸੀਂ BMM ਨਹੀਂ ਹੈਗੇ। The tragedy of our culture is this, that there are people here who are specifically calling these girls as students just in order to make them pregnant, because after a kid stays here for 7 years they can then get a visa. Their mentality ਆ ਇਹ ਭਰ ਕੇ ਦਿਮਾਗ ਵਿੱਚ ਦੱਸਿਆ ਜਾਂਦਾ, ਉੱਥੇ ਜਾਓ ਤੇ ਨਿਆਣਾ ਕਰੋ ਜੀ। ਮੈਂ ਤਾਂ ਕੁੜੀਆਂ ਕਈ ਇੱਦਾਂ ਦੇਖੀਆਂ ਉਹੀ ਆਈਆਂ ਹੀ 6-6 ਮਹੀਨੇ ਪ੍ਰੈਗਨੈਂਟ ਆ, ਤੇ ਫਿਰ ਕਹਿੰਦੇ ਜੀ ਕੋਰਸ ਨਹੀਂ ਹੋਇਆ। ਮੈਂ ਕਿਹਾ ਹੋਇਆ ਤਾਂ ਲੱਗਦਾ ਬੀਬੀ ਤੁਹਾਡੇ ਕੋਰਸ ਤਾਂ ਜੀ ਹੁਣ ਕੰਪਲੀਟ ਹੋਣ ਵਾਲਾ 9ਵੇਂ ਮਹੀਨੇ ਤੋਂ ਬਾਅਦ ਹੈ ਜੀ, ਆ ਡਿਪਲੋਮਾ ਆ ਜਾਣਾ ਜੀ। ਜੇ ਜੋੜੇ ਹੋਏ ਤਾਂ ਇੱਕ ਦਾ ਨਾਂ ਡਿਪਲੋਮਾ ਰੱਖ ਲਿਓ, ਦੂਜੇ ਦਾ ਨਾਂ ਡਿਗਰੀ। ਅਤੇ ਜੇ ਬਾਪੂ ਨੇ ਪੁੱਛਿਆ ਧੀਏ ਇੰਗਲੈਂਡੋਂ ਕੀ ਲੈ ਕੇ ਆਈ, ਤਾਂ ਕਹਿੰਦੀ ਆਹ ਦੇਖੋ ਇੱਕ ਡਿਪਲੋਮਾ ਇੱਕ ਡਿਗਰੀ, ਕੁੱਛੜ ਚੱਕੇ ਹੋ। ਤੁਸੀਂ ਮਸ਼ੀਨਾਂ ਨਹੀਂ ਹੈਗੀਆਂ, ਤੁਹਾਡੇ ਮਾਪੇ ਨੇ ਤੁਹਾਨੂੰ ਇਸ ਚੀਜ਼ ਲਈ ਨਹੀਂ ਪਾਲਿਆ, ਅਤੇ ਜੇ ਪਾਲਿਆ ਇਸ ਚੀਜ਼ ਲਈ ਤਾਂ ਬੜੇ ਅਫਸੋਸ ਵਾਲੀ ਗੱਲ ਆ ਕਿ ਮਾਪੇ ਨੂੰ ਵੀ ਆਪਣੀ ਸੋਚ ਬਦਲਣੀ ਚਾਹੀਦੀ ਆ ਕਿ ਆਪਣੀ ਤੇ ਇੱਦਾਂ ਤਾਂ ਕੋਈ ਬੱਕਰੇ ਨਾਲ ਵੀ ਨਹੀਂ ਕਰਦਾ, ਮੱਝ ਨਾਲ ਵੀ ਨਹੀਂ ਕਰਦਾ ਕਿ ਉਹਨੂੰ ਪਾਲ ਪੋਸ ਕੇ ਤਾਂ ਕਿ ਉਹਦਾ ਬੜਾਂਗਾ ਹੋਵੇ, ਰਾਈਟ। ਪਰ ਤੁਸੀਂ ਇਹ ਕਹਿੰਦੇ ਆ ਕਿ ਨਹੀਂ ਸਾਡੀਆਂ ਧੀਆਂ ਪੜ੍ਹ ਲਿਖ ਕੇ ਉਹ ਫਿਰ ਇੱਥੇ ਆ ਕੇ ਨਿਆਣੇ ਜਮਾਉਣ ਸਟ੍ਰੇਟ ਅਵੇ, ਕੋਈ ਕਰੀਅਰ ਨਾ ਕਰਨ, ਕੋਈ ਐਜੂਕੇਸ਼ਨ ਨਹੀਂ ਕਰਨ, ਤਾਂ ਉਹਨਾਂ ਦੀ ਬਸ ਜੋ ਜੀਵਨ ਆ ਇੱਦਾਂ ਹੀ ਰਹਿ ਜਾਵੇ। ਦੈਟਸ ਨੋਟ ਐਮਪਾਵਰਮੈਂਟ। ਦ ਬਿਗੇਸਟ ਟ੍ਰੈਜਡੀ ਇਜ਼ ਇਹ ਆਪਾਂ ਦੇਖ ਰਹੇ ਹਾਂ ਸਾਡੇ ਕਲਚਰ ਵਿੱਚ 10 ਪੁਸ਼ਤਾਂ 'ਤੇ ਤੁਸੀਂ ਲੈ ਜਾਓ, ਆਪਣੇ ਜਿੰਨੇ ਵੀ ਤੁਸੀਂ ਹੈਗੇ ਆ ਤੁਸੀਂ ਆਪਣੇ 10 ਪੁਸ਼ਤਾਂ 'ਤੇ ਲੈ ਲਓ, ਰਾਈਟ। ਸਾਡੀਆਂ ਔਰਤਾਂ ਨਾਲ ਹੋਇਆ ਕੀ ਆ, ਵਿਆਹ ਦਿੱਤੀਆਂ, ਨਿਆਣੇ ਜਮਾਓ, ਨਿਆਣੇ ਸਾਂਭੋ, ਠੀਕ ਹੈ, ਨਿਆਣੇ ਵਿਆਹ 'ਤੇ ਪਏ ਹੁਣ ਤੂੰ ਕਰ ਲੈ ਜੋ ਕਰਨਾ। ਉਹ ਜਾਨੂੰ ਤਾਂ ਉੱਦਾਂ ਹੀ 50-55 ਦੇ ਹੋ ਜਾਂਦੇ, ਜਾਨੂੰ ਕੀ ਕਰਨਾ, ਕੀ ਕਰੀਅਰ ਬਣਾਉਣਾ। ਤੂੰ ਘਰ ਬੈਠ, ਬੰਦਾ ਜਾ ਕੇ ਬਾਹਰ ਜਾਓ, ਕੰਮ 'ਤੇ ਜਾਓ, ਤੁਹਾਨੂੰ ਕਰੂਗਾ। ਜ਼ਮਾਨਾ ਜੋ ਹੈਗਾ ਸਪੋਰਟ, ਜ਼ਮਾਨਾ ਬਹੁਤ ਬਦਲ ਚੁੱਕਾ ਆ। ਸਕਸੈਸਫੁਲ ਕਲਚਰਸ ਦਾ ਕੌਮਾਂ ਉਹੀ ਆ
ਜਿੱਥੇ ਔਰਤ ਨੂੰ ਓਪਰਚੁਨਿਟੀ ਦਿੱਤੀ ਜਾ ਰਹੀ ਹੈ ਤੇ ਗਾਹਾਂ ਔਰਤ ਜੋ ਹੈਗੀ ਆ ਉਹ ਆਪਣਾ ਕਰੀਅਰ ਬਣਾ ਰਹੀ ਹੈ। ਔਰ ਕਿਉਂਕਿ ਔਰਤਾਂ ਪੜ੍ਹਨ ਨੂੰ ਕਾਫੀ ਤੇਜ਼ ਆ ਇਸ ਵੇਲੇ, ਜ਼ਿਆਦਾ ਤੋਂ ਜ਼ਿਆਦਾ ਪੰਜਾਬੀਆਂ 'ਚ ਜੋ ਸਟੂਡੈਂਟ ਆਏ ਆ ਉਹਨਾਂ 'ਚੋਂ ਅੱਗੇ ਸਟੂਡੈਂਟ ਜੋ ਹੈਗੇ ਆ ਉਹ ਗਰਲਸ ਹੀ ਆ। What a tragedy to then say to a girl who's had a master's, that's all right, you've had a master's now, you can stop it now, we're going to knock you up, and 7 years later after you had your kid, then we're going to apply for a visa. ਇਹ ਜੋ ਬੱਚੇ ਤੁਸੀਂ ਪੈਦਾ ਕਰ ਰਹੇ ਇਹ ਪ੍ਰੇਮ ਪ੍ਰਤੀ ਨਹੀਂ ਪੈਦਾ ਹੋ ਰਹੇ, ਇਹ ਤਾਂ ਛੋਟੇ ਛੋਟੇ ਵੀਜ਼ੇ ਆ। ਜਿੱਦਾਂ ਮੈਂ ਡਿਪਲੋਮਾ ਡਿਗਰੀ ਕਹਿ ਕੇ ਹਟਿਆ, ਤੀਏ ਦਾ ਨਾਮ ਗੁਰਵੀਜ਼ ਰੱਖ ਲਓ। ਇਹ ਤਾਂ ਛੋਟੇ ਛੋਟੇ ਤੁਸੀਂ ਵੀਜ਼ੇ ਪੈਦਾ ਕਰ ਰਹੇ ਆ ਤਾਂ ਕਿ ਤੁਹਾਨੂੰ ਸਟੇਟਸ ਮਿਲੇ ਇੱਥੇ ਉਹ ਸਾਰ ਦੇ ਵਿੱਚ। ਔਰ ਫਿਰ ਤੁਸੀਂ ਲੋਕਾਂ ਨੂੰ ਮਿਸਗਾਈਡ ਕਰਦੇ ਆ। ਮਿਸਗਾਈਡ ਪਤਾ ਕਿੱਦਾਂ ਕਰਦੇ ਆ? ਹਰ ਕਿਸੇ ਨੂੰ ਪੁੱਛ ਲਓ ਜਿਹਨੂੰ 2.5 ਸਾਲ ਦਾ ਵੀਜ਼ਾ ਕਹੋਗੇ ਮੈਂ ਪੱਕਾ ਆ, ਉਹ ਇਹ ਨਹੀਂ ਦੱਸਦੇ ਕਿ ਮੇਰੇ ਕੋਲ 2.5 ਸਾਲ ਦਾ ਵੀਜ਼ਾ ਆ ਤਾਂ ਮੈਨੂੰ 4 ਵਾਰੀ ਲੈਣਾ ਪੈਣਾ ਤਾਂ ਮੈਂ 10 ਸਾਲੀ ਪੱਕਾ ਹੋਣਾ। ਸੋ ਐਕਚੁਅਲੀ ਉਹ 18 ਸਾਲੀ ਪੱਕੇ ਹੁੰਦੇ ਆ। ਹੁਣ ਤੁਸੀਂ ਕਹੋ 7 ਤੋਂ 10 ਤੋਂ 17 ਆ ਭਾਜੀ, ਸਾਲ ਵਾਧੂ ਲੱਗ ਗਿਆ। ਮੇਰੇ ਖਿਆਲ ਨਾਲ ਇੱਕ ਜਮਾਉਣ ਨੂੰ ਵੀ ਲੱਗਦਾ ਸਾਲ ਬੇਬੀ, ਜਿਸ ਤੱਕ ਮੇਰਾ ਐਕਸਪੀਰੀਅੰਸ ਆ। ਸਾਡਿਆਂ ਨੂੰ ਤਾਂ ਸਾਲ ਲੱਗਾ, ਤੁਹਾਡੇ ਪਤਾ ਨਹੀਂ, ਸ਼ਾਇਦ ਦੂਜੇ ਇੰਜੋਏ ਕਰਨ ਤੋਂ ਬਾਅਦ ਦੂਜੇ ਰਾਤ ਜੰਮ ਪੈਂਦੇ ਆ, ਪਰ 9 ਮਹੀਨੇ ਤਾਂ ਲੱਗੇ ਹੀ ਜਾਂਦੇ ਆ ਨਾ। ਹਾਂਜੀ, ਉਹ ਵੀ ਕਿਲੋਂ ਸਾਲ। ਸੋ ਐਕਚੁਅਲੀ ਜਿਹੜੇ ਲੋਕਾਂ ਨੂੰ 2012 ਤੋਂ ਬਾਅਦ ਵੀਜ਼ੇ ਮਿਲੇ 2.5 ਸਾਲ ਦੇ, ਉਹਨਾਂ 'ਚੋਂ ਕੋਈ ਵੀ ਨਹੀਂ ਪੱਕਾ ਹੋਇਆ ਕਿ 10 ਸਾਲ ਤਾਂ ਪੂਰੇ ਨਹੀਂ ਹੋਏ, ਉਹ ਤਾਂ ਪੂਰੇ ਹੋਣੇ 22 'ਚ। ਸੋ ਉਹ ਐਕਚੁਅਲੀ ਜਦੋਂ ਇਹ ਗੱਲਾਂ ਦੱਸਦੇ ਨਹੀਂ ਇੰਡੀਆ ਆਪਾਂ ਪੱਕੇ ਹੋ ਗਏ, ਇਹ ਹੋ ਗਏ, ਇਹ ਇੱਕ ਫੜ ਆ, ਇੱਕ ਐਕਚੁਅਲੀ ਮਿਸਰੈਪ੍ਰੈਜ਼ੈਂਟੇਸ਼ਨ ਆ। ਉਹਦੇ ਵਿੱਚ ਹੋਰ ਜਿਹੜੇ ਆਉਂਦੇ ਆ ਸਟੂਡੈਂਟ ਇੱਥੇ ਆ ਕੇ ਸੋਚਦੇ ਕਿ ਆਪਾਂ ਵੀ ਬਸ ਬੇਬੀ ਕਰਦੇ ਹਾਂ ਜੀ, ਬਟ ਦੈਟਸ ਨੋਟ ਰਾਈਟ, ਦੈਟਸ ਅ ਟ੍ਰੈਜੇਡੀ। ਜਦੋਂ ਸਹੀ ਰੂਟਸ ਹੈਗੇ ਆ ਤੁਹਾਡੇ ਲਈ ਤਾਂ ਤੁਸੀਂ ਕਾਹਨੂੰ BMM ਬਣਨਾ? ਦਿਸ ਕਰੈਕਟ ਰੂਟਸ। ਤੁਸੀਂ ਪੜ੍ਹਨ ਤੋਂ ਬਾਅਦ ਗ੍ਰੈਜੂਏਟ ਵੀਜ਼ਾ ਲਓ, ਜੋ ਕਿ 2 ਸਾਲ ਦਾ ਵੀਜ਼ਾ, ਜਿਹਨੂੰ ਆਪਾਂ PSW ਵੀ ਕਹਿ ਦਈਦਾ। ਜਿੱਥੇ ਮਰਜ਼ੀ ਕੰਮ ਕਰਨਾ ਕਰੋ, 2 ਸਾਲ 'ਚ ਤੁਸੀਂ ਆਪਣੀ ਸਾਰੀ ਫੀਸ ਪੂਰੀ ਕਰ ਲੈਣੀ ਆ। ਔਰ 2 ਸਾਲ ਬਹੁਤ ਸਮਾਂ ਹੁੰਦਾ ਜਿਹਦੇ ਵਿੱਚ ਤੁਸੀਂ ਇੰਪਲੋਇਰ ਲੱਭ ਸਕਦੇ ਆ ਸਪਾਂਸਰ ਲਾਇਸੈਂਸ ਵਾਲਾ, ਜੋ ਕਿ ਜੇ ਤੁਸੀਂ ਉੱਥੇ ਕੰਮ ਕਰੋਗੇ ਸਹੀ ਤੇ ਤੁਹਾਨੂੰ ਵਰਕ ਪਰਮਿਟ ਦਵਾ ਦੇਗਾ, ਤੁਹਾਨੂੰ ਰੱਖ ਲੇਗਾ। ਗੱਲ ਤਾਂ ਸਾਰੀ ਤੁਹਾਡੀ ਹੁਨਰ ਤੇ ਐਬਿਲਿਟੀ ਤੇ ਆ। ਹੁਣ ਜੇ ਤੁਸੀਂ ਕਹੋ ਨਹੀਂ ਜੀ ਕੋਈ ਜੁਗਾੜ ਲਾਉਣਾ, ਕਿਸੇ ਨੂੰ ਪੈਸੇ ਦੇਣਾ, ਕਿਉਂ ਇਹ ਵੀ ਬੜਾ ਫਰਾਡ ਹੋ ਰਿਹਾ ਅੱਜ ਕੱਲ੍ਹ। ਲੋਕ ਸਟੂਡੈਂਟਾਂ ਨੂੰ ਕਹਿ ਰਹੇ ਤੇਰਾ ਵੀਜ਼ਾ ਲਵਾ ਦਿੰਦੇ ਆ, 20,000 ਪਾਉਂਡ ਕੱਢ, 40,000 ਪਾਉਂਡ ਕੱਢ। ਉਹ ਕਈਆਂ ਨਾਲ ਨਹੀਂ, ਬਹੁਤਿਆਂ ਨਾਲ ਫਰਾਡ ਹੋ ਚੁੱਕਾ। ਮੇਰਾ ਖਿਆਲ 12 ਕੁ ਬੰਦੇ ਤਾਂ ਮੈਂ ਦੇਖ ਚੁੱਕਾ ਜਿਨ੍ਹਾਂ ਦੀ ਚੁੱਕੀ ਆ ਬੱਜ 20-30 ਨੂੰ ਈਚ। ਇੱਕ ਦਾ ਵੀਜ਼ਾ ਲਵਾ ਵੀ ਦਿੱਤਾ ਸੀ ਕਿਸੇ ਨੇ, ਮਹੀਨੇ ਬਾਅਦ ਕੰਪਨੀ ਫੇਲ ਕਰਤੀ। 10 ਦੇ ਵੀਜ਼ੇ ਲਵਾਤੇ 30,000 ਲੈ ਕੇ, 3 ਲੱਖ ਪਾਉਂਡ ਪਾਇਆ ਜੇਬ 'ਚ, ਮਹੀਨੇ ਬਾਅਦ ਕੰਪਨੀ ਫੇਲ ਕਰ ਦਿੱਤੀ। ਉਹ ਫਿਰ ਫੌਜੀ ਬਣ ਗਏ ਵਿਚਾਰੇ। ਉਹ ਕਹਿੰਦੇ ਇਹਦੇ ਨਾਲ ਤਾਂ ਪੜ੍ਹ ਹੀ ਲੈਂਦੇ ਆਪਾਂ। ਗਲਤ ਕੰਮਾਂ ਦੇ ਗਲਤ ਨਤੀਜੇ ਹੁੰਦੇ ਆ। ਕਿਸੇ ਨੂੰ ਪੈਸੇ ਦੇ ਕੇ ਵਿਆਹ ਕਰਨਾ ਹੈ, ਕਿਸੇ ਨੂੰ ਪੈਸੇ ਦੇ ਕੇ ਨਕਲੀ ਵਰਕ ਪਰਮਿਟ ਲੈਣਾ, ਕਿਸੇ ਏਜੰਟ ਨੂੰ ਪੈਸੇ ਦੇ ਕੇ ਯੂਨੀ 'ਚ ਐਡਮਿਸ਼ਨ ਲੈਣੀ, ਫੇਕ ਯੂਨੀ ਕਾਲਜ ਦੇ ਵਿੱਚ, ਔਰ ਪੜ੍ਹਨ ਦਾ ਕੋਈ ਇਰਾਦਾ ਨਹੀਂ। ਇਹਦੇ ਨਤੀਜੇ ਜੋ ਹੈਗੇ ਆ ਉਹ ਤੁਸੀਂ ਸੁਣਦੇ ਹੀ ਆ ਰਹੇ ਆ TV ਸ਼ੋਅ 'ਤੇ। ਪਰ ਹੁਣ ਜੋ ਸਟੂਡੈਂਟ ਹੈਗੇ ਆ ਉਹਨਾਂ ਲਈ ਬਹੁਤ ਵਧੀਆ ਤਰੀਕਾ ਹੈ ਇੱਥੇ PR ਲੈਣ ਦਾ। ਤੁਸੀਂ ਇੰਪਲੋਇਰ ਲੱਭ ਕੇ ਉਹਨੂੰ ਇੰਪ੍ਰੈਸ ਕਰਨਾ ਆਪਣੇ ਕੰਮ ਦੇ ਨਾਲ। ਜਿੱਥੇ ਤੁਸੀਂ ਕੰਮ ਕਰਦੇ ਆ ਤੁਸੀਂ ਉਹਨਾਂ 'ਚ ਵਰਕ ਪਰਮਿਟ ਲੈ ਸਕਦੇ ਆ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਕਿਹੜੇ ਬਿਜ਼ਨਸ 'ਚ ਮੈਂ ਪਿਛਲੇ ਸਿਰਫ 2 ਹਫ਼ਤਿਆਂ ਦੇ ਵਿੱਚ ਕਿਹੜੇ ਬਿਜ਼ਨਸਾਂ ਦੇ ਵੀਜ਼ੇ ਲਵਾਏ ਆ, ਵਰਕ ਪਰਮਿਟ ਲਵਾਏ। ਇੱਕ ਤਾਂ ਬਹੁਤ ਮਸ਼ਹੂਰ ਪੱਬ ਆ ਮਿਡਲੈਂਡ ਦੇ ਵਿੱਚ, ਉੱਥੇ ਮੁੰਡਾ ਕੰਮ ਕਰਦਾ ਸੀ, ਉਹਦਾ ਆਪਾਂ ਸਵਿਚ ਕਰਾਤਾ Tier 4 ਤੋਂ Tier 2 ਵਰਕ ਪਰਮਿਟ 'ਚ। ਉਹ ਹੁਣ ਜੀ ਭਰਦਾ ਬੀਰਾਂ ਦੇ ਗਲਾਸ, ਐਨ ਖੁਸ਼ ਆ। ਅੱਗੇ ਤਾਂ ਦੁਖੀ ਹੁੰਦਾ ਸੀ, ਹੁਣ ਉਹ ਖੁਸ਼ ਆ। ਕਹਿੰਦਾ ਭਾਈ ਫੀਸਾਂ 'ਚੋਂ ਬਚ ਗਏ, ਕੰਮ ਵੀ ਉੱਥੇ ਕਰਦੇ ਆ ਵਧੀਆ, ਅਤੇ ਮੈਨੂੰ ਜੋਬ ਵੀ ਪਸੰਦ ਆ। ਰਾਈਟ, ਇੱਕ ਤਾਂ ਉਹ ਹੋ ਗਿਆ। ਕੇਅਰ ਹੋਮ ਆ ਤਾਂ ਮੈਂ ਤੁਹਾਨੂੰ ਦੱਸਦਾ ਹੀ ਹਾਂ, 4 ਕੁੜੀਆਂ ਦੇ ਇਸ ਹਫ਼ਤੇ ਵੀਜ਼ੇ ਲੱਗੇ। ਸੋ ਉਹਦੇ ਵਿੱਚ ਆਪਾਂ ਇਹ ਕਹਿ ਰਹੇ ਕਿ ਕੇਅਰ ਹੋਮ ਦੇ ਵਿੱਚ ਸਾਡੇ ਕੋਲ ਇੰਪਲੋਇਰਸ ਹੈਗੇ ਆ ਜੋ ਕਿ ਕੇਅਰ ਹੋਮ ਸਟਾਫ ਲੱਭ ਰਹੇ ਆ। ਐਂਡ ਇਫ ਯੂ ਓਨ ਅ ਕੇਅਰ ਹੋਮ ਐਂਡ ਯੂ ਆਰ ਲੁਕਿੰਗ ਫॉर ਸਟਾਫ, ਬਿਕਾਜ਼ 80% of your industry is on its knees, and I know a lot of you are turning away your contracts because you can't service them because you haven't got the staff. Well, then come and see me because I've got a solution to your staffing problems. So ਉਹਦੇ ਵਿੱਚ ਕੇਅਰ ਹੋਮ ਵਿੱਚ ਤਾਂ ਹੁੰਦਾ ਹੀ ਹੁੰਦਾ ਆ। ਇੱਕ ਦਾ ਹੁਣ ਆਪਾਂ ਰੈਸਟੋਰੈਂਟ ਦੇ ਵਿੱਚ ਕਰਕੇ ਹਟੇ ਆ। ਕੁੜੀ ਰੈਸਟੋਰੈਂਟ ਵਿੱਚ ਕੰਮ ਕਰਦੀ ਸੀ, ਮੈਨੇਜਰ ਸੀਗੀ ਉੱਥੇ ਪਾਰਟ ਟਾਈਮ। ਉਹਨਾਂ ਨੇ ਲਾਇਸੈਂਸ ਉਹਨਾਂ ਨੂੰ ਦਵਾ ਕੇ ਉਹਨਾਂ ਨੇ ਫੁੱਲ ਟਾਈਮ ਰੱਖ ਲਈ। ਫਿਸ਼ ਐਂਡ ਚਿਪ ਸ਼ਾਪ 'ਚ
मैं लवा के हटिया मुंडे का एक फिश एंड चिप शॉप सी, उत्थे वो केयर करता सी सारा। हो जी हुण बहुत वधिया। वो कहता भाई हुण तो पकौड़े भी तल दूँ, मच्छी तो एक पासे, वो ना फिक्र कर, हर फ्राइडे भेज दिया करो। सो उन्होंने भी आपां उहदे एम्पलॉयर नूं दवात। जे एम्पलॉयर तुसीं एम्पलॉयर आ तो तुहानूं पता नहीं की करना, किद्दां लाइसेंस लैना, उस काम लई तां आपां बैठे आ। सारा काम A to Z करवा के दिंदे आ। लाइसेंस भी दवाउने आ, तुहाडे एम्पलॉय नूं वर्क परमिट भी स्विच करा दूंगे, ਇਹ ਤੁਹਾਡਾ ਲਾਇਸੈਂਸ ਮੈਨੇਜ ਵੀ ਕਰ ਲਾਂਗੇ। ਇਹਦੇ ਨਾਲ ਤੁਹਾਨੂੰ ਫਾਇਦੇ ਹੁੰਦੇ ਆ, ਡਬਲ ਫਾਇਦਾ। ਇੱਕ ਤਾਂ ਐਮਪਲੋਇਰ ਨੂੰ ਪੱਕਾ ਐਮਪਲੋਈ ਮਿਲ ਜਾਂਦਾ 5 ਸਾਲ ਲਈ, ਉਹਨੂੰ ਫਿਰ ਡਰ ਨਹੀਂ ਕਿ ਇਹਨੂੰ ਭੱਜ ਜਾਣਾ ਜਾਂ ਕਿਤੇ ਨੱਠ ਜਾਣਾ, ਉਹ ਐਮਪਲੋਈ ਤੁਹਾਡੇ ਨਾਲ ਬਚ ਜਾਂਦਾ। ਐਮਪਲੋਈ ਦਾ ਸਟੂਡੈਂਟ ਦਾ ਇਹ ਆ ਕਿ ਉਹ ਫੀਸਾਂ ਤੋਂ ਬਚ ਜਾਂਦੇ ਆ, ਨਾਲੇ ਉਹਨਾਂ ਨੂੰ ਪਤਾ ਕਿ 5 ਸਾਲਾਂ ਬਾਅਦ ਮੈਨੂੰ PR ਮਿਲ ਜਾਣੀ ਆ। ਅਗਲਾ ਐਨ ਦਿਲ ਖੋਲ ਕੇ ਕੰਮ ਕਰਦਾ, ਨਾ ਉਹ ਛੱਡਣ ਵਾਸਤਾ ਨਾ ਵਾਸਤਾ। ਤੀਆ ਇਹਦੇ 'ਚ ਇਹ ਆ ਕਿ ਕੁੜੀਆਂ ਨੂੰ ਬੇਬੀ ਮੇਕਿੰਗ ਮਸ਼ੀਨ ਨਹੀਂ ਬਣਾਉਣਾ ਪੈਂਦਾ कि चल कुड़िए बेबी बना, ਇਹਦੀ नलियां पूंज, ਇਹਦੇ बैक साइड साफ कर, 7 सालों ਲਈ 8 सालों ਲਈ। डोंट गेट मी रोंग, बच्चा बनाना कोई माड़ी चीज़ नहीं, बच्चा बनाना तो बनाना चाहिए सारिਆਂ ਨੂੰ, पर सिर्फ वीजे ਲਈ बनाना। फिर तुसीं कहने जी बच्चे डिपेंडेंट आ, बच्चे ਤੁਹਾਡੇ ਤੇ थोड़ी डिपेंडेंट आ, तुसीं ਤਾਂ बच्चे ਤੇ डिपेंडेंट आ, ਉਹਨਾਂ ਕਰਕੇ ਤਾਂ ਤੁਹਾਨੂੰ ਵੀਜ਼ੇ ਮਿਲੇ। ਅਗਲਿਆਂ ਨੇ ਕੱਲ੍ਹ ਨੂੰ ਆਕੜਨਾ ਹੀ ਹੈ ਜਦੋਂ ਪਤਾ ਲੱਗਣਾ ਸਾਡੇ ਕਰਕੇ ਵੀਜ਼ੇ ਮਿਲਣੇ ਤੁਹਾਨੂੰ, ਸਾਨੂੰ ਤਾਂ ਜਮਾਇਆ ਤੁਸੀਂ। ਸੋ ਉਹਦੇ ਵਿੱਚ ਇਟ ਹੈਲਪਸ ਐਵਰੀਵਨ। ਤੁਸੀਂ ਬੱਚੇ ਨੂੰ ਜ਼ਿੰਦਗੀ 'ਚ ਇੱਥੇ ਤਾਂ ਲੈ ਕੇ ਆਓ ਕਿ ਬੱਚੇ ਨੂੰ ਯੂ ਗੋਟ ਸਮਥਿੰਗ ਟੂ ਆਫਰ ਦਾ ਬੱਚਾ। ਮਕਾਨ ਹੋਵੇ, ਸਟੇਬਲ ਜੌਬ ਹੋਵੇ, ਤੁਹਾਡੇ ਕੋਲ ਰਹਿਣ ਲਈ ਜਗ੍ਹਾ ਹੋਵੇ, ਤੇ ਤੁਸੀਂ ਤਾਂ ਬੱਚੇ ਨੂੰ ਕੁਛ ਆਫਰ ਕਰ ਸਕਦੇ ਹੋ, ਤਾਂ ਬੱਚੇ ਦੀ ਲਾਈਫ ਬਣ ਸਕਦੇ ਹੋ। ना कि तुसी बच्चा जमाओ उस तो ही कुछ भालो जमदे नूं क्या बई बाद च पता की झूठे मूँह कही ये तो साडी लक्ष्मी आ, साडे घर लक्ष्मी आ, लक्ष्मी आई आ। लक्ष्मी तो आपे ही होना जिन तुहानूं वीज़ा दवाउणा। सो लुक तुसी अपने आप अंदर देखो कि आपां कित्थे जा रहे हैं कित्थे नहीं एज अ कम्यूनिटी। सो ये चीज़ां दा तुहानूं करन दी लोड़ नहीं। You can switch from a tier 4 into tier 2। तो स्टूडेंटां नूं मैं एक गल करदा, तुहाडे सब तो वड्डे दुश्मन पता कौन है? तुहाडे सब तो वड्डे दुश्मन आ ਜਿਹੜੇ ਤੁਹਾਨੂੰ ਆ ਕੇ ਇਹ ਕਹਿੰਦੇ ਕਿ ਪੜ੍ਹਾਈ ਛੱਡ ਦੇ, ਕੁਛ ਨਹੀਂ ਬਣਨਾ, ਕੋਈ ਗੱਲ ਨਹੀਂ, ਆਉਂਦੇ ਨੂੰ ਨਿਆਣਾ ਕਰੋ, ਚੋਰੀ ਛੁਪੇ ਰਹਿ ਜਾਓ। ਔਰ ਇਹ ਉਹੀ ਬੰਦੇ ਦੱਸਦੇ ਆ ਜਿਨ੍ਹਾਂ ਨੇ ਖੁਦ ਇਹ ਚੀਜ਼ਾਂ ਵਿੱਚ ਫਸੇ ਹੁੰਦੇ ਆ। ਤੁਸੀਂ ਅੰਨੇ ਤੋਂ ਕੀ ਰਸਤਾ ਪੁੱਛੋਗੇ ਜਿਨ ਖੁਦ ਨਹੀਂ ਦੁਨੀਆ ਦੇਖੀ? ਜਿਨ ਰਾਹ ਦੇਖਿਆ ਉਹੀ ਤੁਹਾਨੂੰ ਰਸਤਾ ਦੱਸ ਸਕਦਾ ਨਾ। ਇੱਥੇ ਆ ਕਿ ਤੁਸੀਂ ਅੰਨੇ ਨੂੰ ਅੰਨਾ ਖਿੱਚੀ ਫਿਰਦਾ, and that's not good at all। ਇੱਦਾਂ ਲਾਈਫ ਪਲਾਨ ਨਹੀਂ ਹੁੰਦੀ। ਹਾਂ, ਜੇ ਮੈਂ ਰਸਤੇ 'ਤੇ ਕਿਤੇ ਜਾਣਾ ਹੋਵੇ ਮੈਂ ਉਹਨੂੰ ਹੀ ਪੁੱਛੂੰਗਾ ਜਿਹੜਾ ਖੁਦ ਗਿਆ। ਸੋ ਇਹ ਚੀਜ਼ ਤੁਸੀਂ ਆਪਣੇ ਨੋਟ ਕਰ ਲਓ। ਤੁਹਾਡੇ ਸਭ ਤੋਂ ਬੜੇ ਦੁਸ਼ਮਣ ਉਹ ਆ ਜਿਹੜੇ ਤੁਹਾਨੂੰ ਇਲ ਐਡਵਾਈਸ ਕਰਦੇ, ਪੜ੍ਹਾਈ ਛੱਡ ਦੇ, ਲੈ ਉਹਦੇ ਵਿੱਚ ਕੀ ਆ, ਤੂੰ ਦਿਹਾੜੀਆਂ ਲਾ, ਚੱਲ ਰੂਫ ਤੇ ਇੰਨੇ ਪੈਸੇ ਮਿਲਦੇ। ਔਰ ਉਸ ਤੋਂ ਵੱਡੇ ਦੁਸ਼ਮਣ ਤੁਸੀਂ ਖੁਦ ਆ ਜੋ ਇਹ ਗੱਲਾਂ 'ਚ ਆ ਜਾਂਦੇ ਆ, ਜਿਹੜੇ ਸਿਰਫ ਪੈਸਾ ਦੀਦਾ ਮੂਹਰੇ। ਪਰ ਇਸ ਵੇਲੇ ਜੇ ਮੈਂ ਕਹਿ ਦੇਵਾਂ ਕਿ ਜੀ ਮੈਂ ਲੱਖ ਪਾਉਂਡ ਲਵਾਂਗਾ ਤਾਂ ਮੈਂ ਕੱਲ੍ਹ ਨੂੰ ਪੱਕੇ ਕਰਾ ਦੂੰਗਾ ਤੁਹਾਨੂੰ। ਇੱਥੋਂ ਮੈਂ ਵੈਂਬਲੀ ਬੈਠਾ ਨਾ, ਮੇਰਾ ਖਿਆਲ ਆ ਲੱਗ ਜਾਊਗੀ ਲਾਈਨ ਬਰਮਿੰਗਮ ਤੱਕ ਸਹਿਜੇ ਸੌਖੀ ਕਿ ਭਾਜੀ ਕਰਾ ਦੇ ਕੱਚਿਆਂ ਤੋਂ। ਪਰ ਪ੍ਰੋਬਲਮ ਇਹ ਆ ਇੱਦਾਂ ਦੀ ਕੋਈ ਸਕੀਮ ਹੀ ਨਹੀਂ। ਕੱਚਿਆਂ ਕੋਲ ਕਿਤੇ ਪੈਸੇ ਨਹੀਂ ਹੈਗੇ, ਬਹੁਤ ਆ 60 ਹਜ਼ਾਰ ਪਾਉਂਡ ਦਾ ਰੂਫ ਪਾਉਣ ਦੇ ਲੈਂਦੇ ਆ। ਸੋ ਉਹ ਗੱਲ ਇਹ ਆ ਕਿ ਉਹ ਹੁਣ ਪਛਤਾਉਂਦੇ ਆ ਕਿ ਆਪਾਂ ਵੀਜ਼ੇ 'ਚੋਂ ਕਿਉਂ ਬਾਹਰ ਆਏ, ਆਪਾਂ ਸਕੀਮ ਕਿਉਂ ਨਹੀਂ ਸਹੀ ਕੀਤੀ। ਔਰ ਇੱਕ ਵਾਰੀ ਤੁਸੀਂ ਵੀਜ਼ੇ 'ਚੋਂ ਬਾਹਰ ਆਓ ਤਾਂ ਫਿਰ ਕੋਈ ਵੀ ਪੈਸਾ ਤੁਹਾਨੂੰ ਵੀਜ਼ੇ 'ਚ ਅੰਦਰ ਨਹੀਂ ਲਿਆ ਸਕਦਾ। ਸੋ ਆਪਣੇ ਤੁਸੀਂ ਵੀਜ਼ਿਆਂ ਦੇ ਵਿੱਚ ਰਹਿਣਾ, ਓਪਰਚੁਨਿਟੀਜ਼ ਆ ਦੇਅਰ। ਬ੍ਰੈਗਜ਼ਿਟ ਨਾਲ ਥੋੜ੍ਹੀ ਓਪਰਚੁਨਿਟੀ ਸਟੂਡੈਂਟਾਂ ਨੂੰ ਸਕੀਮ ਹੈਗੀ ਆ, ਜਦ ਤੱਕ ਉਹਦਾ ਫਾਇਦਾ ਉਠਾਓ ਇਸ ਚੀਜ਼ ਦਾ ਖਾਸ ਤੌਰ 'ਤੇ। ਸੋ ਸਟੇ ਇਸ ਕਿ ਐਨ ਐਮਪਲੋਇਰ ਉਹਨਾਂ ਨੂੰ ਕੋਈ ਲਾਇਸੈਂਸ ਲਵੇ ਐਂਡ ਆਪਣਾ ਵੀਜ਼ਾ ਸਵਿਚ ਕਰਾਓ। ਰਾਈਟ, ਮੈਂ ਫਿਲਹਾਲ ਤੁਹਾਡਾ ਚੈਨਲ ਸਵਿਚ ਕਰਾਉਣਾ, ਤਾਂ ਮਿਲਦਾ ਤੁਹਾਨੂੰ ਬ੍ਰੇਕ ਤੋਂ ਬਾਅਦ।
From 2021, are you going to be employing non-British nationals in your business? Make sure you comply with the immigration requirements and don't get hit with a hefty fine. GLS Solicitors is led by award-winning solicitor Harjap Singh Pangal. GLS Solicitors, when the experts need an expert. For your free brochure, call 0800 999 7999. Rise, recline, relax with Oak Tree Mobility. Perfect prescription glasses from just £6 a pair, including lenses and coatings, at selectspecs.com. Key is here to answer all your questions on equity release. Which plan, for instance, is right for you? Key has a wide range of plans to suit different needs, and with competitive rates and options such as inheritance protection, we're sure to find the plan that's right for you. All Key's advice is completely free of charge, so use our free calculator to see how much you could release. Key, equity release that's right for you. It's easy to save money when you're a Co-op member. We send personalised offers to your phone every week. The only hard bit is choosing what you buy with them. Do you go for something you need? Or your favourite treat? The good news is you can have both. And every time you buy Co-op products, you support your community. Download the app, become a member and start saving. Co-op, it's what we do. Every generation knows how to help the next generation survive. Their knowledge and love is vital. We are the first generation to know that we're destroying our planet and could be the last that can save it. Become a WWF member. Help protect our planet for the next generation. Call 0800 038 0912. Text generations to 82727 or search WWF. Join us. It's here, the new iPhone 13 Pro, and with cinematic mode. You can focus on this mug, over to that guy, back to your mug, and back to that guy who lives down the road. Hey, Kev. And it's even more incredible with the full Works plan, with 24 months of Apple Music, Apple TV Plus, and Apple Arcade. Plus, save £15 a month when you trade in your iPhone. Get the new iPhone 13 Pro on EE. Love that feeling? Join the AA, the UK's #1. Our patrols will usually get you back on the road in around 30 minutes of getting to you. Plus, we'll give you unlimited call-outs, so we'll always be there when you need us. Love that feeling? We'll get you back on the road from £6 a month. The AA. Join today at theaa.com. What is the real difference? Good question. Well, it's Too early. Sorry. It's this. No, it's this. It's both. Exclusive designs. real life. There's a real difference at Oak Furnitureland. Order now for Christmas delivery on hundreds of products. Are you ready? Because it's time for our super fast fibre deal. And brilliant broadband at an even more brilliant price, why choose anyone else? Join BT today. Going through family problems is highly emotional and pressurizing for everybody involved. Make sure you have the right help to navigate your way through so that you don't lose out on any of your rights. GLS Solicitors is led by award-winning solicitor Harjap Singh Pangal. GLS Solicitors, when the experts need an expert. ਸਾਰਿਆਂ ਨੂੰ ਸਵਾਗਤ ਹੈ. Thank you for coming, watching the show. Thank you for coming to the show.
ਸੋ ਆਪਾਂ ਹੋਰ ਕਿਹੜੇ ਖਬਰਾਂ ਲੈ ਕੇ ਆਏ, ਹੋਰ ਕਿਹੜੇ ਰੂਮਰਸ ਆਏ ਆ ਜੀ। ਪਿੱਛੇ ਬਹੁਤ ਜਿਹਾ ਰੌਲਾ ਪਿਆ ਜੀ ਕਿ ਟਰੱਕ ਡਰਾਈਵਰ ਜੋ ਹੈਗੇ ਆ ਬਹੁਤ ਲੋੜ ਆ UK ਦੇ ਵਿੱਚ, ਸੱਦ ਲੈਣੇ ਸਾਰੇ ਇਹਨਾਂ ਨੇ ਹੁਣ, ਇੰਡੀਆ, ਦੁਬਈ ਵਾਲੇ, ਪਾਕਿਸਤਾਨ ਵਾਲੇ ਜੀ। ਇੱਦਾਂ ਦਾ ਕੁਛ ਨਹੀਂ ਸੀਗਾ ਜੀ। ਇਹਨਾਂ ਨੇ ਇਹੀ ਕਿਹਾ ਸੀ ਕਿ ਜੀ ਸਾਨੂੰ ਇਸ ਵੇਲੇ ਟਰੱਕ ਡਰਾਈਵਰਾਂ ਦੀ ਲੋੜ ਹੈਗੀ ਆ, ਤਾਂ ਆਪਾਂ 24 ਦਸੰਬਰ ਤੱਕ ਇਹਨਾਂ ਨੂੰ ਬਾੜ ਦੇਣੇ ਆ। ਜੋ ਯੂਰਪੀਅਨਸ ਹੈਗੇ ਆ ਉਹਨਾਂ ਨੂੰ ਬਾੜ ਦੇਣੇ ਆ ਟੈਂਪਰੇਰਲੀ, ਸੋ ਦੈਟ ਉਹ ਇੱਥੇ ਆਉਣ, ਉਹ ਅਪਲਾਈ ਕਰਨ ਸਕੀਮ ਨੂੰ, ਤਾਂ ਇੱਥੇ ਆਉਣ ਤੇ ਜੀ ਟਰੱਕ ਚਲਾਉਣ, ਤਾਂ 24 ਨੂੰ ਇਹਨਾਂ ਨੇ ਕਹਿਣਾ ਬਾਈ ਬਾਈ ਉਹਨਾਂ ਨੂੰ। ਓਬਵੀਅਸਲੀ ਇਹਨਾਂ ਨੂੰ ਇਹਨਾਂ ਨੇ ਇੱਦਾਂ ਕਿਉਂ ਕੀਤਾ ਸ਼ੋਰਟ ਟਾਈਮ ਲਈ, 2 ਮਹੀਨਿਆਂ ਲਈ ਕਿ ਇਹਨਾਂ ਨੇ ਕਿਉਂ ਬਾੜਨੇ ਆ? ਇਹਨਾਂ ਨੇ ਤਾਂ ਬਾੜਨੇ ਆ ਜੀ, ਇਹਨਾਂ ਦੇ ਖੁਦ ਜੋ ਬ੍ਰਿਟਿਸ਼ ਹੈਗੇ ਆ ਟਰੱਕ ਡਰਾਈਵਰ ਦੀ ਲਾਇਸੈਂਸਾਂ ਦੀ ਐਪਲੀਕੇਸ਼ਨ ਆ 55,000 ਤੇ ਆ ਇਸ ਵੇਲੇ ਵੇਟਿੰਗ, ਜੋ ਹੈਗੇ ਬੈਕਲੌਗ ਹੈਗਾ। ਇਹਨਾਂ ਨੇ ਉਹ ਆਪਣਾ ਬੈਕਲੌਗ ਕਲੀਅਰ ਕਰਨਾ। ਉਹ ਜਦੋਂ 55,000 ਇਹਨਾਂ ਦਾ ਕਲੀਅਰ ਹੋਏ ਨਾ 2 ਮਹੀਨਿਆਂ ਨੂੰ, ਫਿਰ ਇਹਨਾਂ ਨੂੰ ਲੋੜ ਨਹੀਂ ਪੈਣੀ। ਤਾਂ ਆ ਜੀ ਇਹਨਾਂ ਨੇ ਕੀਤਾ। ਇਹਨਾਂ ਨੇ ਹੋਰ ਵੀ ਅਨਾਊਂਸ ਕੀਤਾ ਜੀ ਕਿ ਇਹਨਾਂ ਨੇ 800 ਜੋ ਹੈਗੇ ਆ ਮੰਗਵਾਉਣੇ ਹੈਗੇ ਯੂਰਪ ਤੋਂ, ਬੁੱਚਰ ਜਿਹੜੇ ਮੀਟ ਮਾਸ ਦਾ ਵਡਾਂਗਾ ਕਰਦੇ ਆ ਅਤੇ ਫਿਰ ਬਾਅਦ ਸਾਡੇ ਵਰਗੇ ਉਹਨਾਂ ਨੂੰ ਤਰੀ 'ਚ ਪਾ ਕੇ ਖਾਂਦੇ ਆ। ਸੋ ਉਹ ਇਹਨਾਂ ਨੇ ਮੰਗਵਾਉਣੇ ਹੈਗੇ ਆ, ਪਰ ਇਹ ਇੰਡੀਆ ਤੋਂ ਇਹਨਾਂ ਨੇ ਨਹੀਂ ਮੰਗਵਾਉਣੇ, ਸਾਡੇ ਦੇਸ਼ਾਂ 'ਚੋਂ ਨਹੀਂ ਮੰਗਵਾਉਣੇ। ਬਹੁਤ ਲੋਕਾਂ ਨੇ ਇਹ ਸੋਚਿਆ ਸੀ ਕਿ ਜੀ ਹੁਣ ਯੂਰਪੀਅਨ ਠਾ ਦੇਣੇ ਇਹਨਾਂ ਨੇ ਆਉਣ ਨੂੰ, ਅਤੇ ਇਹਦਾ ਮਤਲਬ ਬਾਕੀ ਦੁਨੀਆ ਨੂੰ ਇਹਨਾਂ ਨੇ ਖੋਲ੍ਹ ਦੇਣਾ ਆ। ਦੈਟਸ ਨਾਟ ਟਰੂ। ਜੋ ਇਹਨਾਂ ਦੀ ਨੀਤੀ ਰਹੀ ਆ ਹਮੇਸ਼ਾ ਇਜ਼ ਐਂਟੀ ਇਮੀਗ੍ਰੇਸ਼ਨ। ਸੋ ਜੋ ਇਸ ਵੇਲੇ ਇਹਨਾਂ ਦੀ ਨੀਤੀ ਆ ਐਂਟੀ ਇਮੀਗ੍ਰੇਸ਼ਨ ਹੈ। ਇਹਨਾਂ ਨੇ ਪੂਰਾ ਇਲੈਕਸ਼ਨ ਐਂਟੀ ਇਮੀਗ੍ਰੇਸ਼ਨ 'ਤੇ ਲੜਿਆ, ਇਹਨਾਂ ਨੇ ਪੂਰਾ ਰੈਫਰੈਂਡਮ ਜੋ ਹੈਗਾ ਲੜਿਆ ਐਂਟੀ ਇਮੀਗ੍ਰੇਸ਼ਨ ਦੇ ਉੱਤੇ। ਸੋ ਇਹਨਾਂ ਨੇ ਜੇ ਹੁਣ ਇਮੀਗ੍ਰੇਸ਼ਨ ਅਲਾਉ ਕਰਤੀ, ਇਹਨਾਂ ਨੇ ਤਾਂ ਵੋਟਾਂ ਜਾਂਦੀਆਂ ਲੱਗਣੀਆਂ। ਸੋ ਹਰ ਵੇਲੇ ਤਾਂ ਹੀ ਤੁਹਾਨੂੰ ਜਿਹਦੇ ਕਿ ਪ੍ਰੀਤੀ ਹੋਣੀ ਆ, ਰਿਸ਼ੀ ਹੋਣੀ ਹੋ ਗਏ, ਬੋਰਿਸ ਹੋਣੀ ਹੋ ਗਏ, ਇਹ ਸਭ ਜੀ ਇਮੀਗ੍ਰੇਸ਼ਨ ਐਂਟੀ ਦੀ ਗੱਲ ਕਰਦੇ। ਉਹ ਸਭ ਗੱਲ ਇਹ ਕਰਦੇ ਆ ਜੀ ਕਿ ਆਪਾਂ ਬ੍ਰਿਟਿਸ਼ ਵਾਲਿਆਂ ਨੂੰ ਉਹ ਨੌਕਰੀਆਂ ਦੇਣੀਆਂ, ਉਹ ਓਪਰਚੁਨਿਟੀਜ਼ ਦੇਣੀਆਂ। So they really put the emphasis on retraining the British folk. So a lot of Brexit relied on British people actually getting off benefits and filling these jobs. That hasn't happened yet, but they're still holding out and thinking that maybe it will happen. Well, good luck to them. ਆਪਾਂ ਦੇਖ ਹੀ ਰਹੇ ਜੋ ਹੋ ਰਿਹਾ, ਐਂਡ ਆਪਾਂ ਜੋ ਤੇਲ ਦੇ ਸਿਲਸਿਲੇ 'ਚ ਹੋਇਆ ਸੀ ਉਹ ਵੀ ਦੇਖਿਆ ਸੀ, ਜੋ ਆਪਾਂ ਸੁਪਰ ਮਾਰਕੀਟ ਸ਼ੈਲਫਾਂ ਦੇ ਵਿੱਚ ਸਿਲਸਿਲੇ 'ਚ ਦੇਖਿਆ ਸੀ ਉਹ ਵੀ ਦੇਖਿਆ ਸੀ। ਸੋ ਆਪਾਂ ਦੇਖੀ ਜਾ ਰਹੇ, ਹਾਲੇ ਸਿਟ ਐਂਡ ਵੇਟ ਕਰੀਏ ਕਿ ਇਹ ਕਰਦੇ ਕੀ ਆ। ਅਤੇ ਫਿਲਹਾਲ ਤਾਂ ਇਹਨਾਂ ਨੂੰ ਕੋਵਿਡ ਨੇ ਹੀ ਵਕਤ ਪਾਇਆ, ਦੁਬਾਰਾ ਕਿਤੇ ਕ੍ਰਿਸਮਸ ਨਾ ਆਏ ਲੋਕਡਾਊਨ 'ਚ ਪਾ ਦੇਣ ਇਹਨਾਂ ਨੂੰ। ਬਸ ਇਹੀ ਚੀਜ਼ ਆ ਕਿ ਜੀ ਕ੍ਰਿਸਮਸ ਜੇ ਲੋਕਡਾਊਨ 'ਚ ਪੈ ਗਈ ਫਿਰ ਸਾਡੀਆਂ ਵੋਟਾਂ ਟੁੱਟ ਜਾਣੀਆਂ। ਇਸ ਚੀਜ਼ ਦੇ ਮਗਰ ਇਸ ਵੇਲੇ ਇਹ ਪਿਓ ਹੈਗੇ ਆ ਕਿ ਜੀ ਸਾਡੀ ਕ੍ਰਿਸਮਸ ਨਾ ਟੁੱਟੇ। ਮੋਰੇ ਆ ਰਹੀ ਆ, ਤੁਹਾਨੂੰ ਪਤਾ ਕਿ ਇਸ ਦੇਸ਼ਾਂ 'ਚ ਕ੍ਰਿਸਮਸ ਬਹੁਤ ਇੰਪੋਰਟੈਂਟ ਆ, ਸਾਡੇ ਦੇਸ਼ਾਂ 'ਚ ਵੀ ਇੰਪੋਰਟੈਂਟ ਹੈਗਾ ਆ, ਐਂਡ ਇੱਕ ਰਿਲੀਜੀਅਸ ਤਿਉਹਾਰ ਹੈ, ਪਰ ਇੱਕ ਹੌਲੀਡੇ ਸੀਜ਼ਨ ਦਾ ਤਿਉਹਾਰ ਵੀ ਹੈਗਾ ਆ। ਸੋ ਇਹਨਾਂ ਲਈ 19 ਜੋ ਹੈਗੀ ਆ ਕ੍ਰਿਸਮਸ, ਇਹਨਾਂ ਲਈ 19 ਹੈ ਜਿੰਨਾ ਸਾਨੂੰ ਦੀਵਾਲੀ, ਵਿਸਾਖੀ ਜਾਂ ਈਦ ਆ। ਇਟਸ ਦ ਸੇਮ ਸੋਰਟ ਆਫ ਲੈਵਲ ਔਨ ਦੈਟ। ਸੋ ਇਸ ਚੀਜ਼ ਨਾਲ ਜੀ ਮਨਾਉਂਦੇ ਆ। ਸੋ ਇਹਨਾਂ ਨੂੰ ਮੇਨ ਚੀਜ਼ ਉਹ ਆ ਬਚਾਉਣ ਦੀ ਕਿ ਇਹਨਾਂ ਦੀ ਹੌਲੀਡੇ ਪੀਰੀਅਡ ਜੋ ਹੈਗੀ ਆ ਸਹੀ ਹੋ ਜਾਵੇ। ਬਾਕੀ ਜੀ ਕੀ ਹੋ ਰਿਹਾ ਹੈਗਾ ਆ, ਲਾਈਕ ਆਈ ਸੈਡ ਗ੍ਰੈਜੂਏਟ ਰੂਟ ਜੋ ਹੈਗਾ ਵੀਜ਼ਾ, ਉਹ ਬਹੁਤ ਕਾਫੀ ਲੋਕਾਂ ਨੂੰ ਇਸ਼ੂ ਹੋ ਗਏ। ਉਹਨਾਂ ਨੂੰ ਮਿਲਦੀ ਜੀ ਜਿਹੜੇ ਸਟੂਡੈਂਟ ਇੱਥੇ ਆ ਕੇ ਪੜ੍ਹ ਲੈਂਦੇ ਆ, ਡਿਗਰੀ ਕਰ ਲੈਂਦੇ ਆ, ਬੈਚਲਰਸ ਜਾਂ ਮਾਸਟਰਸ, ਤਾਂ ਉਹਦੇ ਤੋਂ ਬਾਅਦ ਇਹਨਾਂ ਨੂੰ ਗੌਰਮੈਂਟ 2 ਸਾਲ ਦਾ ਵੀਜ਼ਾ ਅਪਲਾਈ ਕਰਨ ਤੋਂ ਬਾਅਦ ਦੇ ਦਿੰਦੀ ਆ। ਉਹਦੇ ਵਿੱਚ 2 ਸਾਲ 'ਚ ਤੁਸੀਂ ਕਿਤੇ ਵੀ ਕੰਮ ਕਰ ਸਕਦੇ ਆ। ਸੋ ਕੋਈ ਰੈਸਟ੍ਰਿਕਸ਼ਨ ਨਹੀਂ ਹੁੰਦਾ, ਜਿੰਨਾ ਮਰਜ਼ੀ ਘੰਟੇ ਕੰਮ ਕਰੋ, ਉਹ ਤਾਂ ਮਿਲਦੀ ਤੁਸੀਂ ਐਜ਼ ਅ ਸਟੂਡੈਂਟ ਡਿਗਰੀ ਕੰਪਲੀਟ ਕਰੋ ਆਪਣੀ। ਉਹ 2 ਸਾਲ ਦਾ ਮਤਲਬ ਇਹ ਹੁੰਦਾ, ਇੱਕ ਤਾਂ ਤੁਸੀਂ ਆਪਣੀ ਫੀਸ ਰਿਕਵਰ ਕਰ ਲਓ, ਅਤੇ ਦੂਜੀ ਕਿ ਤੁਸੀਂ ਇੰਪਲੋਇਰ ਲੱਭ ਲਓ ਤਾਂ ਕਿ ਤੁਹਾਡਾ ਵਰਕ ਪਰਮਿਟ 'ਚ ਸਵਿਚ ਹੋ ਜਾਵੇ, ਜਿੱਦਾਂ ਮੈਂ ਹੁਣੀ ਤੁਹਾਨੂੰ ਦੱਸ ਕੇ ਹਟਿਆ ਬ੍ਰੇਕ ਤੋਂ ਪਹਿਲਾਂ। ਸੋ ਇਹ ਜੋ ਹੈਗੀਆਂ ਬਹੁਤ ਇੰਪੋਰਟੈਂਟ ਹੈਗਾ। ਸੋ ਤੁਸੀਂ ਦੇਖੋ ਕਈ ਲੋਕ ਸਾਡੇ ਕੋਲ ਹੁਣ ਆ ਕੇ ਮੇਰੇ ਕੋਲ ਕਈ ਲੜਕੀਆਂ ਨੇ ਕਿਹਾ ਕਿ ਭਾਜੀ ਸਾਨੂੰ ਸਾਲ ਹੋ ਗਏ ਕੇਅਰ ਹੋਮ 'ਚ ਕੰਮ ਕਰਦੇ, ਸਾਡੇ ਕੇਅਰ ਹੋਮ ਵਾਲੇ ਮੰਨਦੇ ਨਹੀਂ ਵਰਕ ਪਰਮਿਟ ਤੋਂ ਆਉਣ ਲਈ। ਵੈਲ ਦੈਨ ਓਬਵੀਅਸ ਆ ਕਿ ਤੁਸੀਂ ਜਾਂ ਤਾਂ ਉਹਨਾਂ ਨੂੰ ਮਨਾਓ ਜਾਂ ਤਾਂ ਫਿਰ ਜੋਬ ਚੇਂਜ ਕਰੋ, ਇੰਪਲੋਇਰ ਆਪਣਾ ਚੇਂਜ ਕਰੋ, ਜਾਂ ਫਿਰ ਆ ਕੇ ਮੈਨੂੰ ਮਿਲ ਲਓ। ਸੋ ਮੇਰੇ ਮਿੱਤਰਾਂ ਕੋਲ ਖੁਦ ਕੇਅਰ ਹੋਮ ਹੈਗੇ ਆ ਜਿਨ੍ਹਾਂ ਨੂੰ ਇੰਪਲੋਇਰ ਦੀ ਲੋੜ ਆ, ਉਹਨਾਂ ਨੂੰ ਆਪਾਂ ਲਾਇਸੈਂਸ ਦਵਾ ਕੇ ਦਿੱਤੇ ਹੋਆ। ਬਟ ਉਹਦੇ 'ਚ ਇਹ ਆ ਕਿ ਤੁਸੀਂ ਜੋਬ ਬਾਰੇ ਸੀਰੀਅਸ ਹੋ ਨਾ। ਜੇ ਤੁਸੀਂ ਜੁਗਾੜ ਭਾਲਦੇ ਆ ਉਹ ਚੀਜ਼ ਹੈ ਨਹੀਂ। ਜੇ ਤੁਸੀਂ ਸੱਚੀ ਵਿੱਚ ਜੋਬ ਕਰ ਸਕਦੇ ਹੋ ਉੱਥੇ 5 ਸਾਲ, ਦੈਨ ਕੰਟੈਕਟ ਅਸ। ਆਪਾਂ ਰੋਜ਼ ਹੀ ਸਿਲੈਕਸ਼ਨ ਕਰਵਾ ਰਹੇ ਹਾਂ। ਸੋ ਇਸ ਹਫ਼ਤੇ 8 ਲੜਕੇ ਲੜਕੀਆਂ ਦੀ ਸਿਲੈਕਸ਼ਨ ਹੋਈ ਹੈ।
ਤਾਂ ਉਹਨਾਂ ਦਾ 4-5 ਹਫ਼ਤਿਆਂ 'ਚ ਵੀਜ਼ਾ ਲੱਗ ਜਾਣਾ, ਵਰਕ ਪਰਮਿਟ ਜਿਹੜਾ ਕਿ ਸਟੂਡੈਂਟ ਤੋਂ ਹੱਦ ਛੁੱਟ ਜਾਣਾ। ਸੋ ਇਹਦੇ ਨਾਲੋਂ ਹੋਰ ਕੀ ਵੱਡੀ ਗੱਲ ਹੋ ਸਕਦੀ ਹੈ ਤੁਹਾਡੇ ਲਈ। ਔਰ ਕੁਛ ਦੇਖੋ ਲੋਕਾਂ ਦਾ ਦਿਮਾਗ ਕਿੰਨਾ ਖਰਾਬ ਹੋਇਆ। ਕੁਛ ਲੋਕਾਂ ਨੂੰ ਸਿਲੈਕਸ਼ਨ ਕੀਤਾ ਤਾਂ ਉਹ ਮੋੜਿਓ ਆਕਣ ਡਏ ਆ। ਇੱਕ ਮੁੰਡਾ ਕਹਿੰਦਾ ਇੰਪਲੋਇਰ ਨੂੰ ਕਹਿੰਦਾ ਕਿ ਮੇਰੀ ਪਹਿਲਾਂ ਫੀਸ ਦੇ 15,000 ਪਾਉਂਡ ਯੂਨੀ ਦੀ, ਜਿਹੜੀ ਮੈਂ ਹੁਣੀ ਲਾ ਕੇ ਹਟਿਆ, ਨਹੀਂ ਤਾਂ ਮੈਂ ਨਹੀਂ ਕੰਮ ਕਰਨਾ। ਅਗਲਾ ਕਹਿੰਦਾ ਮੇਰਾ ਵੀ ਜਾ ਕਹੇ ਇਹਨੂੰ 10 ਮਿੰਟ ਵੀ ਨਹੀਂ ਹੋਏ, ਜਦੋਂ ਹੋਰ ਲੜਕੀ ਆ ਗਈ ਉਹ ਕਹਿੰਦੀ ਮੈਨੂੰ ਜੋਬ ਦੇ ਦਿਓ। ਸੋ ਉਹਦਾ ਵਰਕ ਪਰਮਿਟ ਮਿਲ ਗਿਆ। 30 ਦਿਨ ਉਹ ਬੰਦਾ ਮੁੜ ਕੇ ਆਇਆ, ਭਾਜੀ ਬਹੁਤ ਗਲਤੀ ਹੋ ਗਈ, ਸੌਰੀ ਜੀ, ਮਾफ़ ਕਰ ਦਿਓ, ਗਲਤੀ ਹੋਈ ਜੀ, ਮੈਨੂੰ ਇੱਦਾਂ ਨਹੀਂ ਕਹਿਣਾ ਚਾਹੀਦਾ ਸੀ, ਪਤਾ ਨਹੀਂ ਮੇਰਾ ਦਿਮਾਗ ਖਰਾਬ ਹੋ ਗਿਆ। ਅਤੇ ਮੈਂ ਕਿਹਾ ਹੁਣ ਨਹੀਂ, ਉਹ ਤਾਂ ਕਹਿੰਦਾ ਬਾਏ ਬਾਏ। ਅਤੇ ਠੀਕ ਆ, ਫਿਰ ਤੁਸੀਂ ਪੜ੍ਹੋ ਮੇਰਾ ਵੀ, ਤੁਸੀਂ ਆਪਣੀ ਜੋ ਕਰਨੀ ਹੈਗੀ ਲੱਭੋ। ਜਿਨ੍ਹਾਂ ਨੂੰ ਇੰਨੀ ਵੀ ਨਹੀਂ ਹਜਮ ਹੁੰਦੀ ਗੱਲ। ਇੱਕ ਨੂੰ ਆਫਰ ਕੀਤੀ ਸੀ, ਉਹ ਜੀ ਲੰਡਨ ਰਹਿੰਦੀ ਆ, ਜੋਬ ਸੀਗੀ ਪੀਟਰਬਰਾ, ਹੈਗੀ ਵੀ ਇਕੱਲੀ। ਤਾਂ ਮੈਂ ਕਿਹਾ ਉੱਠ ਕੇ ਚੱਲ ਜਾ, ਉੱਥੇ 5 ਸਾਲ ਰਹਿਣੀ, ਪੱਕੀ ਹੋ ਜੂੰਗੀ। ਨਹੀਂ ਮੈਨੂੰ ਤਾਂ ਲੰਡਨ ਚਾਹੀਦਾ ਕੁਛ ਭਾਜੀ। ਮੈਂ ਕਿਹਾ ਫਿਰ ਚਲੋ ਲੱਭੀ ਜਾ। ਅੱਛਾ ਫਿਰ ਪਤਾ ਕੀ, ਪਰ ਮੇਰਾ ਵੀਜ਼ਾ ਖਤਮ ਹੋ ਰਿਹਾ ਜਨਵਰੀ 'ਚ, 2 ਮਹੀਨੇ 'ਚ ਯਾਰ ਵੀਜ਼ਾ ਖਤਮ ਹੋ ਰਿਹਾ, ਅਤੇ ਤੂੰ ਮਰਜ਼ੀਆਂ ਦੇਣ ਡਈ ਆ। ਅਤੇ ਹੁਣ ਫੇਰ ਫੋਨ ਆਇਆ, ਨਹੀਂ ਮੈਂ ਸੋਚਿਆ ਉੱਥੇ ਜਾਈ ਜਾਂਦੀ। ਮੈਂ ਕਿਹਾ ਹੁਣ ਨਹੀਂ, ਉਹ ਮੌਕਾ ਗਿਆ। ਅਗਲਿਆਂ ਨੇ ਤੁਹਾਨੂੰ ਇੱਜ਼ਤ ਨਾਲ ਸਿਲੈਕਸ਼ਨ ਕੀਤੀ ਆ ਅਤੇ ਤੁਸੀਂ ਉਹਨਾਂ ਦਾ ਟਾਈਮ ਖਰਾਬ ਕੀਤਾ। ਅਗਲਿਆਂ ਕੋਲ ਕੋਈ ਘਾਟਾ ਨਹੀਂ ਲੋਕਾਂ ਦਾ ਅਪਲਾਈ ਕਰਨ ਨੂੰ। ਇੱਕ ਪੋਜੀਸ਼ਨ ਲਈ ਘੱਟੋ ਘੱਟ 100 CV ਪਿਆ ਮੇਰੇ ਕੋਲ। ਪੂਰੇ ਹਫ਼ਤੇ ਤੇ ਲੋਕਾਂ ਨੇ ਇੰਟਰਵਿਊ ਕਰਾਉਂਦਾ ਮਰ ਗਿਆ ਮੈਂ ਜ਼ੂਮ 'ਤੇ। ਸੋ ਮੈਂ ਸਮਝ ਨਹੀਂ ਆਉਂਦੀ ਜਿਹੜੇ ਲੋਕ ਭਿਖਾਰੀ ਆ ਨਾ। ਇਹ ਤਾਂ ਉਹ ਗੱਲ ਹੋ ਗਈ ਕਿ ਮੈਂ ਦਿੱਲੀ ਟ੍ਰੇਨ ਸਟੇਸ਼ਨ 'ਤੇ ਜਾਵਾਂ ਅਤੇ ਭਿਖਾਰੀ ਹੋਵੇ ਤਾਂ ਮੈਂ ਉਹਨੂੰ 50 ਰੁਪਈਏ ਦੇਵਾਂ, ਤਾਂ ਭਿਖਾਰੀ ਆਕੜੇ ਮੇਰੇ ਮੂਹਰੇ, ਮੈਂ ਤਾਂ 2000 ਦਾ ਲੈਣਾ ਨੋਟ ਜੀ, ਨਹੀਂ ਤਾਂ ਮੈਂ ਲੈਣਾ ਨਹੀਂ। ਤਾਂ ਮੇਰੇ ਵਰਗਾ ਕਹਿੰਦਾ ਚਲੋ ਕੋਈ ਗੱਲ ਨਹੀਂ, 50 ਤੋਂ ਵੀ ਗਿਆ ਹੁਣ ਤੋਂ ਲੈ ਲਈ ਜਿਹੜਾ ਦਿੰਦਾ 2000 ਦਾ ਨੋਟ। ਫਿਰ ਜਦੋਂ ਤੁਸੀਂ ਤੁਰ ਪੈਂਦੇ ਆ, ਨਹੀਂ ਵੀਰੇ ਹੁਣ ਤੂੰ 10 ਹੀ ਦੇ। ਇਹ ਜਿੱਦਾਂ ਬਲੱਫਾਂ ਮਾਰਦੇ ਆ ਨਾ ਤੁਸੀਂ, ਇਹਦੇ ਵਿੱਚ ਤੁਹਾਡਾ ਹੀ ਘਾਟਾ। ਸੋ ਜਦੋਂ ਕੋਈ ਮੌਕਾ ਉੱਠਦਾ ਹੁੰਦਾ ਉਹਦਾ ਫਾਇਦਾ ਉਠਾ ਲਿਆ ਕਰੋ। ਜੇ ਤੁਸੀਂ ਨਹੀਂ ਉਠਾਉਣਾ, ਕਿਸੇ ਹੋਰ ਨੇ ਉਠਾ ਲੈਣਾ, ਕਿਉਂਕਿ ਤੁਹਾਡੇ ਲਾਈਨ ਲੈਣ ਲਈ ਕਿਊ 'ਚ, ਤੁਹਾਡੀ ਜਗ੍ਹਾ ਲੈਣ ਲਈ ਸਾਰੇ ਹੀ ਖੜੇ ਆ। ਉਹ ਸਾਰੇ ਆਪਣੇ ਹੀ ਖੜੇ ਆ। ਉਹ ਇਨਫੈਕਟ ਕਹਿ ਰਹੇ ਆ ਕਿ ਇਹਨੂੰ ਛੱਡ ਭਾਈ, ਸਾਨੂੰ ਲੈ। ਤਾਂ ਆਪਾਂ ਇਸ ਕੰਮ 'ਚ ਬਿਜ਼ੀ ਆ। ਇਫ ਯੂ ਗੈਟ ਐਨ ਓਪਰਚੁਨਿਟੀ, ਟੇਕ ਇਟ। ਤੁਸੀਂ ਪੱਕੇ ਹੋਣ ਦੀ ਓਪਰਚੁਨਿਟੀ ਤੁਹਾਨੂੰ ਮਿਲਦੀ ਆ ਨਾ, ਤਾਂ ਤੁਸੀਂ ਲੈ ਲਓ। ਅਤੇ ਜੇ ਤੁਹਾਨੂੰ ਉਹਦੀ ਵੈਲਿਊ ਨਹੀਂ ਨਾ, ਤਾਂ ਕਿਸੇ ਕੱਚੇ ਬੰਦੇ ਨੂੰ ਜਿਹਨੂੰ 10-12 ਸਾਲ ਹੋ ਗਏ ਇੱਥੇ ਰਹਿੰਦੇ ਨੂੰ, ਉਹਨੂੰ ਜਾ ਕੇ ਪੁੱਛ ਕਿ ਵੀਰੇ ਪੱਕੇ ਹੋਣ ਦੀ ਵੈਲਿਊ ਕੀ ਆ, ਤੂੰ ਕੀ ਕੀਮਤ ਪਾ ਸਕਦਾ ਉਹਦੇ 'ਤੇ। ਉਹ ਤੁਹਾਨੂੰ ਦੱਸ ਦੇਗਾ ਕਿ ਉਹਦੀ ਕੀਮਤ ਹੈ। ਇਹ ਜਿੰਨੇ ਕੱਚੇ ਬੈਠੇ ਅੱਜ, ਉਹਨਾਂ ਨੂੰ ਪੁੱਛੋ ਕਿ ਪੱਕੇ ਹੋਣ ਦੀ ਵੈਲਿਊ ਕੀ ਆ, ਉਹ ਤੁਹਾਨੂੰ ਦੱਸੂਗੇ ਕਿ ਸਾਡਾ ਤਾਂ ਭਾਈ ਸਾਰਾ ਕੁਛ ਰੁਲ ਗਿਆ। ਵੀਜ਼ੇ ਦਾ ਮਤਲਬ ਹੀ ਇਹੀ ਹੁੰਦਾ, VISA, ਵੇਚ ਦਿੰਦਾ ਇਨਸਾਨ ਸਭ ਕੁਛ ਆਪਣਾ। ਇਹਦਾ ਫੁੱਲ ਫਾਰਮ ਆਇਆ। ਸੋ ਜਿਹੜਾ ਸਾਰਾ ਕੁਛ ਵੇਚ ਕੇ ਵੀਜ਼ਾ ਲੈਣ ਲਈ ਕਹਿੰਦਾ ਆ, ਕਈਆਂ ਨੂੰ ਵੀਜ਼ੇ ਮਿਲਦੇ ਆ ਤਾਂ ਵੀ ਉਹਨੂੰ ਠੁਕਰਾਉਂਦੇ ਆ। ਇਹਨੂੰ ਕਹਿੰਦੇ ਮਾੜੇ ਦਿਨ। ਜਦੋਂ ਮਾੜੇ ਦਿਨ ਆਉਂਦੇ ਆ ਨਾ, ਤਾਂ ਊਠ 'ਤੇ ਬੈਠੇ ਬੈਠੇ ਬੰਦੇ ਨੂੰ ਵੀ ਆ ਕੇ ਕੁੱਤਾ ਵੱਢ ਹੁੰਦਾ। ਇਹਨੂੰ ਕਹਿੰਦੇ ਮਾੜੇ ਦਿਨ। ਅਤੇ ਜਦੋਂ ਚੰਗੇ ਦਿਨ ਆਉਂਦੇ ਆ ਨਾ, ਜੇ ਕ੍ਰਿਕਟ ਤੁਸੀਂ ਦੇਖਦੇ ਹੋਗੇ, ਚੰਗੇ ਦਿਨਾਂ ਦੀ ਗੱਲ ਕਰਦਾ, ਜਿੱਥੇ ਬਾਲ ਪੈਂਦਾ ਉੱਥੇ ਨਹੀਂ ਤੁਹਾਡਾ ਬੈਟ ਪੈਂਦਾ, ਜਿੱਥੇ ਤੁਹਾਡਾ ਬੈਟ ਵੱਜਦਾ ਨਾ ਉੱਧਰ ਬਾਲ ਪੈਂਦਾ। ਕੁਦਰਤੀ ਤੁਹਾਡੇ ਮਾੜੇ ਸ਼ਾਟ ਵੀ ਚੰਗੇ ਚੱਲਦੇ ਆ। ਹਾਂ, ਸੋ ਇਹਨੂੰ ਚੰਗੇ ਮਾੜੇ ਦਿਨ ਦਾ ਹੁੰਦਾ ਹੈ ਜੋ ਹੈਗਾ ਸਿਲਸਿਲਾ। ਵੈਨ ਯੂ ਗੈਟ ਅ ਚਾਂਸ, ਜ਼ਿਆਦਾ ਨਖਰੇ ਨਾ ਕਰੋ, ਠੀਕ ਹੈ। ਸੋ ਇਹਦੇ ਵਿੱਚ ਨਾ ਕਿ ਅਗਲੇ ਨੂੰ ਆਕੜ ਦਿਖਾ ਲਓ। I was shocked. I thought that someone would jump at the chance to get a work permit, but obviously not. ਲੋਕਾਂ ਕੋਲ ਮੈਂ ਹੈਰਾਨ ਹੈ ਕਿ ਇੰਨੀਆਂ ਆਕੜਾਂ। ਹੋਰ ਤੇ ਹਾਸਾ ਆਉਂਦਾ। ਇੱਕ ਟਾਈਮ ਹੁੰਦਾ ਕਿ ਕੁਛ ਸਾਲ ਪਹਿਲਾਂ ਕਿ ਮੈਂ ਭੜਕ ਉੱਠਣਾ ਸੀ ਇਸ ਗੱਲ 'ਤੇ। ਹੁਣ ਆਪਾਂ ਜ਼ਿਆਦਾ ਗੱਲਾਂ 'ਤੇ ਤੁਸੀਂ ਦੇਖ ਹੀ ਰਹੇ ਮੇਰਾ ਸਟਾਈਲ ਕਿੱਦਾਂ ਬਦਲਿਆ। ਪਹਿਲਾਂ ਜਦੋਂ ਯੰਗ ਸੀ 10-15 ਸਾਲ ਪਹਿਲਾਂ ਤਾਂ ਮੇਰਾ ਜੋਸ਼ ਕਿੰਨਾ ਹੁੰਦਾ ਸੀ ਗੱਲਾਂ ਦੇ ਵਿੱਚ, ਅਤੇ ਹੁਣ ਜ਼ਿਆਦਾ sarcasm ਆ। Now all of that josh has turned into, that savageness has turned into sarcasm. It still comes back now and again, but it's turned into sarcasm. Now ਹੁਣ ਮੈਨੂੰ
that sarcasm turns to ਹਾਸਾ ਹੁਣ ਮੈਨੂੰ ਹਾਸਾ ਹੀ ਆਉਂਦਾ ਕਿ ਤੁਸੀਂ ਜੋ ਹੈਗਾ ਚਾਂਸ ਗਵਾਉਂਦੇ ਆ ਤੇ ਬਾਅਦ 'ਚ ਤੁਹਾਨੂੰ ਰੋਣਾ ਪੈਣਾ what can I do right message Ritu da hi Harjap hope you're well we really enjoy watching your program it's very informative thank you please say hi to my mum Kamlesh dad Mahinder and kids Ria and Aradhya regards Ritu so ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ and lovely names Ria and Aradhya ਕਿੰਨੇ ਵਧੀਆ ਨਾਂ ਰੱਖੇ so ਸਾਰਿਆਂ ਨੂੰ ਮੇਰੇ ਵੱਲੋਂ ਹੈਲੋ ਹੋਰ ਤਾਂ ਕੋਈ ਜ਼ਿਆਦਾ ਮੈਸੇਜ ਨਹੀਂ ਆਇਆ ਸਾਨੂੰ ਠੰਡ ਨਾਲ ਵਿਚਾਰੇ ਦੁਖੀ ਹੋਣੇ ਆ ਸਾਰੇ ਹੋਰ ਕੀ ਕਰੀਏ ਰਾਈਟ ਹੋਰ ਕੀ ਆ ਰਿਹਾ ਵਿੱਚ ਆਪਾਂ ਤੁਹਾਨੂੰ ਚੇਤਾ ਹੋਊਗਾ ਕਿਸਾਨਸ ਲਈ ਇੱਕ ਫੰਡ ਰੇਜ਼ਰ ਕੀਤਾ ਸੀਗਾ YouTube ਤੇ ਸਿੱਖ ਚੈਨਲ ਤੇ ਆਪਾਂ ਫਿਰ ਜੋ ਹੈਗਾ ਇੱਕ ਅਪਡੇਟ ਸ਼ੋਅ ਕਰ ਰਹੇ ਹਾਂ ਜੋ 6 ਨਵੰਬਰ ਨੂੰ ਜੋ ਹੈਗੀ ਆ ਉੱਤੇ ਆਏਗੀ ਤਾਂ ਉਹਦੇ ਵਿੱਚ ਕਿਸਾਨਾਂ ਦਾ ਜੋ ਮਸਲਾ ਹੈਗਾ ਉਹ ਸਾਰੀ ਅਪਡੇਟ ਦੇਵਾਂਗੇ ਵਿਲ ਡੂ ਦੈਟ ਸੋ ਉਹਦੇ ਵਿੱਚ watch out look out for that ਉਹਦੇ ਵਿੱਚ the last one you really liked it ਤੁਸੀਂ ਬਹੁਤ ਪਿਆਰ ਦਿੱਤਾ and I really appreciate that ਸਾਡੇ ਸਿਨੇਮਾ ਖੁੱਲ੍ਹ ਜਾਣ ਜੀ ਇੱਕ ਵਾਰੀ ਇੰਡੀਆ ਦੇ ਵਿੱਚ ਸਾਡੀਆਂ 2-3 ਫਿਲਮਾਂ ਪਈਆਂ ਰਿਲੀਜ਼ ਹੋਣ ਨੂੰ ਜਿਮੀ ਸ਼ੇਰਗਿੱਲ ਭਾਜੀ ਹੋਣਾ ਨਾਲ ਸੋ ਉਹਨਾਂ ਨਾਲ ਕੀਤੀਆਂ ਹੈਗੀਆਂ ਉਹ ਹੋ ਰਹੀਆਂ ਹੈਗੀਆਂ 2-3 ਹੋਰ ਬਣਨੀਆਂ ਹੈਗੀਆਂ ਅਤੇ ਲੋਕਾਂ ਨੇ ਜੋ ਸਾਡੀ ਪਿਛਲੀ ਫਿਲਮਾਂ 'ਚ ਐਕਟਿੰਗ ਸੀ ਬਹੁਤ ਪਸੰਦ ਕੀਤੀ ਉਹ ਫਿਲਮਾਂ ਨੂੰ ਤੁਸੀਂ ਦੇਖ ਕੇ ਹਿੱਟ ਬਣਾਇਆ ਆਪਾਂ ਉਹਦੇ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਇੰਨਾ ਵੀ ਨਹੀਂ ਬਾਹਲਾ ਕਿ ਹੱਥ ਜੋੜੂੰਗਾ ਕਿ ਕੀ ਆ ਕਿਉਂਕਿ ਆਪਾਂ ਨੂੰ ਕਿਹੜਾ ਸਾਡੀ ਰੋਜੀ ਰੋਟੀ ਹੈ ਇਹ ਤਾਂ ਆਪਾਂ ਸ਼ੌਕ ਲਈ ਕਰੀਦਾ ਆ ਪਰ ਆਈ ਸਟਿਲ ਕੰਸੀਡਰ ਮਾਈਸੈਲਫ ਬਲੈਸਡ ਆਲਵੇਜ਼ ਵਾਂਟ ਟੂ ਡੂ ਸਮਥਿੰਗ ਵਨਸ ਇਨ ਮਾਈ ਲਾਈਫ ਕਿ ਆਪਾਂ ਇੱਕ ਵਾਰੀ ਤਾਂ ਹਰ ਚੀਜ਼ ਜ਼ਿੰਦਗੀ ਕਰੀ ਇੱਕੋ ਹੀ ਲਾਈਫ ਮਿਲੀ ਆ ਆਪਾਂ ਸਾਰੀਆਂ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰੀਏ ਇੱਕ ਲਾਈਫ ਦੇ ਵਿੱਚ ਸੋ ਆਪਾਂ ਇਹਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਕੀ ਜਨਰਲੀ ਤੁਹਾਨੂੰ ਮੈਂ ਇਹੀ ਕਹੂੰਗਾ ਜੀ ਕਿ ਤੁਸੀਂ ਜੋ ਇਹ ਪ੍ਰੋਗਰਾਮ ਨੂੰ ਲਾਈਕ ਕਰਦੇ ਆ ਪਿਆਰ ਦਿੰਦੇ ਆ ਤਾਂ ਹੀ ਮੈਂ ਆਉਣਾ ਮੇਰਾ ਕਈ ਵਾਰੀ ਚਿੱਤ ਕੀਤਾ ਕਿ ਮੈਂ ਪ੍ਰੋਗਰਾਮ ਯਾਰ ਰਹਿਣ ਦੇਵਾਂ ਹੁਣ ਛੱਡ ਦਈਏ ਕਿੰਨਾ ਚਿਰ ਹੋ ਗਿਆ ਹੁਣ ਆਪਣੀ ਫੈਮਿਲੀ 'ਚ ਵੀ ਬੈਠੇ ਖਾਸ ਤੌਰ 'ਤੇ ਹੁਣ ਨਿਆਣੇ ਵੱਡੇ ਹੋ ਰਹੇ ਆ ਹੁਣ ਉਹ ਟਾਈਮ ਚਾਹੁੰਦੇ ਆ ਅਤੇ ਆਪਾਂ ਵੀ ਥੋੜ੍ਹਾ ਚਾਹੁੰਦੇ ਹਾਂ ਕਿ ਨਿਆਣਿਆਂ 'ਚ ਬੈਠੀਏ ਚਲੋ ਜਦੋਂ ਨਿਆਣੇ ਨਹੀਂ ਸੀ ਤਾਂ ਉਦੋਂ ਚੱਲ ਠੀਕ ਸੀਗੀ ਕੰਮ ਬਟ ਹੁਣ ਥੋੜ੍ਹਾ ਟਾਈਮ ਮੰਗੇ ਪਰ ਦੈਨ ਮੈਂ ਫਿਰ ਸੋਚਦਾ ਕਿ ਚਲੋ ਆ ਜਾਂਦੇ ਹਾਂ ਯਾਰ ਫਰਾਈਡੇ 7 ਵਜੇ ਅਤੇ ਗੱਲਬਾਤ ਕਰ ਲੈਂਦੇ ਹਾਂ ਜਦੋਂ ਮੈਨੂੰ ਉਹ ਚੀਜ਼ ਕਰਦੀ ਜਦੋਂ ਮੈਂ ਤੁਹਾਨੂੰ ਵਿਆਹਾਂ 'ਤੇ ਮਿਲਦਾ ਫੰਕਸ਼ਨਾਂ 'ਤੇ ਮਿਲਦਾ ਸ਼ੋਆਂ 'ਤੇ ਮਿਲਦਾ ਤਾਂ ਉਹ ਤੁਸੀਂ ਬਹੁਤ ਕਹਿੰਦੇ ਭਾਈ ਆਪਾਂ ਤੁਹਾਡਾ ਪ੍ਰੋਗਰਾਮ ਲਾਈਕ ਕਰਦੇ ਸਿਆਣੇ ਖਾਸ ਤੌਰ 'ਤੇ ਪੁੱਤ ਪ੍ਰੋਗਰਾਮ ਤੇਰਾ ਬਹੁਤ ਅੱਛਾ ਹੁੰਦਾ ਜਦੋਂ ਪੁੱਤ ਕਹਿੰਦੇ ਨਾ ਹੌਸਲਾ ਡਬਲ ਵੱਧ ਜਾਂਦਾ ਕਿ ਯਾਰ ਕੁਛ ਸਹੀ ਕਰ ਰਹੇ ਤਾਂ ਹੀ ਲਾਈਕ ਕਰ ਰਹੇ ਸੋ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਆਪਾਂ ਆਉਂਦੇ ਹਾਂ ਜੀ ਅਗਲੇ ਹਫ਼ਤੇ ਆਪਾਂ ਕਾਲਾਂ ਸ਼ੁਰੂ ਕਰੂੰਗੇ ਹੁਣ ਮੈਂ ਕ੍ਰਿਸਮਸ ਤੱਕ ਕਾਲਾਂ ਸ਼ੁਰੂ ਕਰਨੀਆਂ ਤੁਹਾਡੇ ਸਵਾਲਾਂ ਦਾ ਜਵਾਬ ਦਊਂਗੇ ਜੇ ਕਿਸੇ ਨੇ ਕੋਈ ਨਿੱਜੀ ਜਾਂ ਡੂੰਘੀ ਸਵਾਲ ਪੁੱਛਣਾ ਹੋਵੇ ਜਾਂ ਕੋਈ ਇੱਦਾਂ ਦਾ ਬਹੁਤ ਲਾਇਕ ਸਵਾਲ ਹੋਵੇ ਜੋ ਕਿ TV 'ਤੇ ਨਹੀਂ ਕਰਨ ਵਾਲਾ ਜੋ ਅਕਸਰ ਲੋਕ ਕਰ ਜਾਂਦੇ ਆ ਤਾਂ ਤੁਸੀਂ ਦਫ਼ਤਰ ਆ ਜਾਓ ਅਤੇ ਖੁੱਲ੍ਹੇ ਟਾਈਮ ਵਿੱਚ ਕਰ ਲਓ ਸਵਾਲ ਜੋ ਹੈਗਾ ਅਤੇ ਆਪਾਂ ਉੱਥੇ ਹੀ ਬੈਠੇ ਹੁੰਦੇ ਹਾਂ ਮੰਡੇ ਮੈਂ ਬ੍ਰੈਂਟਫੋਰਡ ਹੁੰਦਾ ਹਾਂ ਜੋ ਕਿ ਹੰਸਲੋ ਦੇ ਬਿਲਕੁਲ ਨਾਲ ਹੈਗਾ ਆ ਅਤੇ ਟਿਊਜ਼ਡੇ ਬਰਮਿੰਘਮ ਹੋਈਦਾ ਵੈਸਟ ਬ੍ਰਾਊਨ ਦੇ ਵਿੱਚ ਬਾਕੀ ਦਿਨ ਵੀ ਬ੍ਰੈਂਟਫੋਰਡ ਹੀ ਹੋਈਦਾ ਸੋ ਆ ਕੇ ਤੁਸੀਂ ਆਪਣੀ ਗੱਲ ਪੁੱਛ ਲਓ ਹੁਣ ਤਾਂ ਟੈਲੀਫੋਨ 'ਤੇ ਵੀ ਅਪੋਇੰਟਮੈਂਟ ਆਪਾਂ ਦੇਣ ਲੱਗ ਗਏ ਕਿ ਜੇ ਤੁਸੀਂ ਦਰਸ਼ਨ ਨਹੀਂ ਕਰਨੇ ਤਾਂ ਤੁਹਾਨੂੰ ਫੋਨ 'ਤੇ ਸਲਾਹ ਦੇ ਦਿੰਦੇ ਆ ਟਾਈਮ ਬੁੱਕ ਕਰ ਦਿੰਦੇ ਆ ਤਾਂ ਉਹ ਤੁਸੀਂ ਕਰ ਸਕਦੇ ਆ ਬਸ ਗਲਤ ਸਲਾਹ ਦੇ ਸ਼ਿਕਾਰ ਨਾ ਬਣਿਓ ਅਤੇ ਗਲਤ ਰਸਤੇ ਨਾ ਤੁਰਿਓ ਕਿਉਂਕਿ ਜਦੋਂ ਤੁਸੀਂ ਤੁਰ ਪੈਂਦੇ ਨਾ ਤਾਂ ਉਹ ਮੁੜ ਕੇ ਆਉਣ ਵਾਲਾ ਰਾਹ ਹੈ ਨਹੀਂ ਉਹ ਫਿਰ ਗੇਟ ਪਿੱਛੇ ਹੀ ਬੰਦ ਹੋ ਜਾਂਦਾ ਫਿਰ ਉਹ ਰਾਹ ਤੁਹਾਨੂੰ ਬਹੁਤ ਗਲਤ ਜਗ੍ਹਾ ਲੈ ਕੇ ਜਾਂਦਾ ਤਕਲੀਫ 'ਚ ਹੀ ਲੈ ਕੇ ਜਾਂਦਾ ਸਿੱਧਾ ਰਾਹ ਤੁਹਾਨੂੰ ਲੱਗਦਾ ਦੂਰ ਆ ਪਰ ਐਕਚੁਅਲੀ ਹੁੰਦਾ ਸਹੀ ਆ ਇੱਕ ਚੀਜ਼ ਮੈਂ ਤੁਹਾਨੂੰ ਵਧੀਆ ਗੱਲ ਦੱਸਣਾ ਚਾਹੁੰਦਾ ਵਧਾਈਆਂ ਦੇ ਦਈਏ ਤੁਹਾਨੂੰ ਤੁਸੀਂ ਕਹਿੰਦੇ ਸਾਨੂੰ ਕਾਹਨੂੰ ਵਧਾਈਆਂ ਪਿਛਲੇ 2 ਹਫ਼ਤੇ ਪਹਿਲਾਂ ਮੈਂ ਆਇਆ ਨਹੀਂ ਸੀ ਇਹ ਤਾਂ ਨਹੀਂ ਆਇਆ ਜੀ ਕਿਉਂਕਿ ਮੈਨੂੰ ਬਹੁਤ ਖੁਸ਼ੀ ਵਾਲੀ ਵੀ ਗੱਲ ਆ ਮਾਣ ਵਾਲੀ ਵੀ ਨਹੀਂ ਕਹਿ ਸਕਦਾ ਮੈਂ ਪਰ ਮੈਨੂੰ ਬਹੁਤ ਅੰਦਰੋਂ ਗੁੱਡ ਫੀਲਿੰਗ ਜਿਹੀ ਆ ਕਿ ਮੈਨੂੰ ਅਵਾਰਡ ਦਿੱਤਾ ਗਿਆ ਜੀ ਇਹ ਕਿ ਹਰਜਾਪ ਤੂੰ ਇਸ ਸਾਲ ਸਾਡੀ ਕਮਿਊਨਿਟੀ ਦਾ ਹੀਰੋ ਰਿਹਾ ਆ ਇਹਦਾ ਮਤਲਬ ਇਹ ਨਹੀਂ ਕਿ ਮੈਂ ਹੀਰੋ ਬਣ ਗਿਆ ਦਿਲਜੀਤ ਬਣ ਗਿਆ ਜਾਂ ਬਣ ਗਿਆ ਮੈਂ ਜੋ ਵੀ ਅੱਜ ਕੱਲ੍ਹ ਬਣਦੇ ਆ ਪਰ ਇਹ ਕਹਿੰਦੇ ਕਿਉਂਕਿ ਜੋ ਲੋਕਡਾਊਨ ਦੇ ਵਿੱਚ ਜਦੋਂ ਸ਼ੁਰੂ ਹੋਇਆ ਪਿਛਲੇ ਸਾਲ ਤਾਂ ਉਹਦੇ ਵਿੱਚ ਪਹਿਲਾਂ ਤਾਂ ਤੂੰ ਵੀਡੀਓ ਬਣਾਈਆਂ ਆਪਣਾ ਟਾਈਮ ਕੱਢ ਕੇ ਕਿ ਜੀ ਲੋਕਾਂ ਨੂੰ ਦੱਸਣ ਨੂੰ ਕਿ ਮੁੜ ਕੇ ਕਿੱਦਾਂ ਆਉਣਾ ਜਿਹੜੇ ਇੰਡੀਆ 'ਚ ਫਸੇ ਹੋ ਸੀ ਕਿਹੜੀਆਂ ਫਲਾਈਟਾਂ ਫੜਨੀਆਂ ਕਿੱਦਾਂ ਆਉਣਾ ਕੀ ਸਿਚੁਏਸ਼ਨ ਆ ਜੇ ਤੁਸੀਂ ਜਾਓ ਉਸ ਵੇਲੇ ਮੈਂ ਕਾਫੀ ਵੀਡੀਓ ਪਾਈਆਂ ਆਪਣੇ ਘਰ ਪਿੱਛੇ ਬਹਿ ਕੇ ਆਊਟ ਹਾਊਸ 'ਚ ਉੱਥੋਂ ਬਣਾਈਆਂ ਮੈਂ
ਕਈ ਵਾਰੀ ਆਪਣੇ ਕਮਰੇ 'ਚ ਬਹਿ ਕੇ ਬੈਡਰੂਮ 'ਚ ਬਹਿ ਕੇ ਮੈਂ ਬਣਾਈਆਂ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਜੀ ਹੋ ਕੀ ਰਿਹਾ, ਕਿਉਂਕਿ ਉਹ ਇਨਫੋਰਮੇਸ਼ਨ ਆਪਣੀ ਕਮਿਊਨਿਟੀ ਨੂੰ ਫਿਲਟਰ ਨਹੀਂ ਹੋ ਰਿਹਾ ਸੀ। ਬਾਕੀ ਜੋ ਕੋਵਿਡ ਦੇ ਵਿੱਚ ਮੈਂ ਵੀਡੀਓਆਂ ਤੁਹਾਨੂੰ ਬਣਾ ਕੇ ਐਵਰੀ ਵੀਕ ਇੱਥੇ ਆ ਕੇ ਸਲਾਹ ਦਿੰਦਾ ਰਿਹਾ, ਕੋਈ ਮਾਸਕ ਬਾਰੇ ਕਿ ਕਿੱਦਾਂ ਪਾਉਣਾ, ਉਹ ਚੇਤਾ ਉਹ ਕੱਛੇ ਵਾਲੀ ਵੀਡੀਓ। ਅਤੇ ਹੁਣ ਸਾਰੇ ਜਦੋਂ ਮੈਨੂੰ ਦੇਖਦੇ ਨਾ ਸਟਰੀਟ 'ਤੇ ਤਾਂ ਮਾਸਕ ਇੱਥੇ ਟੰਗਿਆ ਹੁੰਦਾ, ਉਹ ਮੈਨੂੰ ਦੇਖ ਕੇ ਉੱਚੇ ਕਰ ਲੈਂਦੇ ਆ। ਉਹਨਾਂ ਨੂੰ ਪਤਾ ਕਿ ਭਾਜੀ ਕਹਿ ਨਾ ਦੇਵੇ ਉਹ ਗੱਲ, ਅਤੇ ਮੈਂ ਵੀ ਮਾੜੇ ਜਿਹਾ ਇੱਦਾਂ ਦੇਖ ਲੈਂਦਾ ਹੁੰਦਾ ਐਂ ਥੱਲੇ, ਮੈਂ ਕਿੱਦਾਂ ਫੇ ਉਹ ਸਮਝ ਜਾਂਦੇ ਕਿ ਭਾਈ ਉਹ ਕਹਿੰਦਾ ਮਾਸਕ ਚੱਕ ਲਾ। ਸੋ ਦੂਜੀ ਇਹ ਗੱਲ ਇਹ ਕਿ ਆਪਾਂ ਜੋ ਤੁਹਾਨੂੰ ਸਾਰਾ ਦੱਸਦੇ ਰਹੇ, ਅਪਡੇਟ ਦਿੰਦੇ ਰਹੇ ਹਾਂ ਐਟ ਅ ਟਾਈਮ ਜਦੋਂ ਨਈ ਇਨਫੋਰਮੇਸ਼ਨ ਚੱਲ ਰਹੀ ਸੀ ਸਾਡੀ ਕਮਿਊਨਿਟੀ ਵਿੱਚ, ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਕੋਵਿਡ ਕੀ ਆ, ਵੈਕਸੀਨ ਕੀ ਆ, ਬਹੁਤ ਤਰ੍ਹਾਂ ਦੇ ਡਿਫਰੈਂਟ ਵੀਡੀਓ ਆ ਰਹੇ ਸੀ। ਮੈਨੂੰ ਹਜੇ ਵੀ ਚੇਤਾ, ਇੱਕ ਸਾਡੀ ਭੈਣ ਵੀ ਨਹੀਂ ਕਹਿ ਸਕਦੇ, ਕੀ ਕਹਿ ਸਕਦੇ ਆ, ਪਰ ਵੀਡੀਓ ਆਈ ਬੀਬੀ ਜੀ ਦੀ ਕਿ ਜੀ ਗੱਠੇ ਖਾਓ ਕੋਵਿਡ ਨਹੀਂ ਹੁੰਦਾ, ਇੱਕ ਦਾ ਹੈ ਜੀ ਦਾਰੂ ਪੀਓ ਕੋਵਿਡ ਨਹੀਂ ਹੁੰਦਾ, ਕੁਛ ਇੱਦਾਂ ਦੇ ਜੋ ਗਲਤ ਵੀਡੀਓ ਭੇਜੇ ਜਾ ਰਹੇ ਸੀਗੇ ਲੋਕਾਂ ਨੂੰ ਦੱਸਣ ਨੂੰ। ਹਾਂ, ਕੋਈ ਕਹਿੰਦਾ ਮਿਰਚਾਂ ਖਾਓ ਜੀ, ਕੋਈ ਕਹਿੰਦਾ ਮਾਹਾਂ ਦੀ ਦਾਲ ਖਾਓ ਤਾਂ ਕਿ ਹੋਰ ਰੇਸ਼ਾ ਤਾਂ ਅੱਗੇ ਹੋਈ ਹੋਇਆ ਸਾਰਿਆਂ ਨੂੰ। ਸੋ ਜੀ ਆਹ ਸੀਗੀ ਸਿਚੁਏਸ਼ਨ। ਥੈਂਕ ਯੂ ਵੈਰੀ ਮੱਚ। ਇਹ ਸਭ ਤੁਹਾਡੇ ਪਿਆਰ ਸਦਕੇ ਦਾ ਹੈਗਾ ਆ, ਇੱਕ ਪੈਨਲ ਨੇ ਜੋ ਹੈਗਾ ਚੁਣਿਆ ਆ। ਥੈਂਕ ਯੂ ਕਿ ਤੁਸੀਂ ਇੰਨਾ ਪਿਆਰ ਦਿੱਤਾ ਆ। ਆਪਾਂ ਜੀ ਕੰਮ ਦੁਆਰੇ ਤਾਂ ਪ੍ਰਤੀ ਤਾਂ ਅਵਾਰਡ ਕਈ ਮਿਲੇ ਆ, ਪਰ ਐਕਚੁਅਲੀ ਕਿਸੇ ਨੇ ਬਿਠਾ ਕੇ ਮੈਨੂੰ ਇਹ ਨਹੀਂ ਕਿਹਾ ਕਿ ਪੁੱਤ ਆਹ ਫੜ ਅਵਾਰਡ, ਸ਼ਾਬਾਸ਼ ਤੂੰ ਅੱਜ ਕੱਲ੍ਹ ਜੋ ਕਮਿਊਨਿਟੀ ਲਈ ਕਰ ਰਿਹਾ, ਜੋ ਸਾਡੇ ਫਾਇਦਿਆਂ ਲਈ ਕਰ ਰਿਹਾ, ਭਾਵੇਂ ਉਹ ਕਿਸਾਨਾਂ ਬਾਰੇ ਪ੍ਰੋਗਰਾਮ ਆ, ਭਾਵੇਂ ਕੋਵਿਡ ਬਾਰੇ ਆ, ਭਾਵੇਂ ਮਾਸਕ ਪਾਉਣ ਬਾਰੇ ਆ, ਕਿ ਜੋ ਕਰ ਰਹੇ ਹਾਂ ਥੈਂਕ ਯੂ ਵੈਰੀ ਮੱਚ। ਜੋ ਹੈਗਾ ਭਾਵੇਂ ਡਾਕਟਰਾਂ ਨਰਸਾਂ ਨੂੰ ਲੈ ਕੇ ਆ ਰਹੇ ਹਾਂ, ਉਹ ਸਾਨੂੰ ਦੱਸ ਰਹੇ ਇਨਫੋਰਮੇਸ਼ਨ। ਸੋ ਥੈਂਕ ਯੂ ਜੀ, ਤੁਸੀਂ ਦਿੱਤਾ। ਮੈਂ ਤਾਂ ਤੁਹਾਡਾ ਪਬਲਿਕ ਦਾ ਹੀ ਇਨਾਮ ਜੋ ਹੈਗਾ ਸਮਝਦਾ ਹੈਗਾ, ਤੁਸੀਂ ਕਮਿਊਨਿਟੀ ਹੀਰੋ ਬਣਾਤਾ। ਚਲੋ ਥੈਂਕ ਯੂ ਵੈਰੀ ਮੱਚ। ਮੈਂ ਇਹੀ ਕਹਿ ਸਕਦਾ ਕਿ ਥੈਂਕਸ, ਪਰ ਮੇਰਾ ਸਹੀ ਇਨਾਮ ਇਹ ਚੀਜ਼ਾਂ ਨਹੀਂ ਹੈਗੀਆਂ ਜੀ। ਮੇਰਾ ਸਹੀ ਇਨਾਮ ਉਹਦੇ ਆ ਜਦੋਂ, ਜਿੱਦਾਂ ਮੈਂ ਦੱਸਿਆ, ਜਦੋਂ ਮੈਂ ਕਿਸੇ ਹਾਲ ਨੂੰ ਜਾਂਦਾ, ਕਿਸੇ ਫੰਕਸ਼ਨ ਨੂੰ ਜਾਂਦਾ ਜਾਂ ਸਟਰੀਟ 'ਤੇ ਤੁਰਿਆ ਹੁੰਦਾ, ਤਾਂ ਤੁਸੀਂ ਕਹਿ ਦਿੰਦੇ ਹੁੰਦੇ ਕਿ ਪੁੱਤ ਤੇਰਾ ਪ੍ਰੋਗਰਾਮ ਬਹੁਤ ਵਧੀਆ, ਭਾਈ ਤੁਹਾਡਾ ਪ੍ਰੋਗਰਾਮ ਆਪਾਂ ਦੇਖੀਦਾ ਆ, ਆਪਾਂ ਬਹੁਤ ਇੰਜੋਏ ਕਰੀਦਾ ਆ, ਅਤੇ ਤੁਹਾਡੀਆਂ ਗੱਲਾਂ ਬਹੁਤ ਵਧੀਆ ਹੁੰਦੀਆਂ। ਥੈਂਕ ਯੂ ਵੈਰੀ ਮੱਚ, ਥੈਂਕ ਯੂ ਵੈਰੀ ਮੱਚ। ਸੋ ਸਾਰੇ ਤੁਸੀਂ ਖੁਸ਼ ਰਹੋ। ਉਸ ਵੀਡੀਓ ਉਸ ਰਾਤ ਦੀ ਆ, ਜਿਨ੍ਹਾਂ ਨੇ ਇਨਾਮ ਦਿੱਤਾ ਉਹਨਾਂ ਨੇ ਇੱਕ ਵੀਡੀਓ ਬਣਾਈ ਹੈਗੀ ਆ ਜੀ, ਤਾਂ ਉਹ ਵੀ ਤੁਸੀਂ ਦੇਖ ਲਓ ਕਿ ਆਪਾਂ ਨੂੰ ਕਿੱਦਾਂ ਇਨਾਮ ਮਿਲਿਆ, ਕਿੰਨੇ ਲੋਕਾਂ ਦੇ ਮੂਹਰੇ ਮਿਲਿਆ, ਆਪਾਂ ਕੀ ਕਿਹਾ। ਥੈਂਕ ਯੂ ਵੈਰੀ ਮੱਚ। ਮੈਂ ਮਿਲੂੰਗਾ ਤੁਹਾਨੂੰ ਨੈਕਸਟ ਵੀਕ, ਅਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। The Asian community, one of them was eat onions, you'll be all right. It doesn't infect brown people. It's all right. We'll be all right. Only the whiteys are going to get killed. It's all right. You know, it won't affect us. And all I kept on thinking about was my viewers. I'm blessed to have viewers of older generation. I just thought we've got to keep them safe. If it was my parents, I'd want them safe. I treat my viewers exactly as I treat my parents. A lot of your parents watch my show, and I'm blessed that I've got that sort of reach in the Asian community and on Sky News, on GB News and whatever. You'll love GB News, by the way. Right, so, you know, I just thought the key is about protection. And without sounding too much like Vin Diesel, I said the word diesel, it's not a very popular word, so you're very lucky if you get some. But yeah, I just thought let's protect our elders. That includes our guys who are pub heroes, as I call them, going out to the pub
and then all the Asian women, or everyone, in fact all the women will agree that when every guy has come back from the pub, the first person he thinks about is his mum, and he wants to love his mum. Oh, I love you, mum, I love you, mum, even if he hasn't spoken to her for about 20 years. So yeah, and I thought, okay, in that, we don't want to end up killing everyone's mum and dad. So it's a great thing. I'd like to thank Linda, Tommy, I'd like to thank MATV, Sikh Channel, everyone who helped me spread the word and to protect everyone. And the key is, we may lose everything. We've got a lot of businessmen here. You have a lot of money, you've got a lot of houses, you've got a lot of property, you've got watches, you've got the Armani suits. That comes and goes. The one thing that stays is family. And you know what? If you don't look after it, then you have nothing. That's the code that we live by. That's the code that all of our communities live by. Family means everything. So this is to everyone's family. This is for your parents, my parents, your kids, your brothers and sisters. It's all about family. And I'm in the next Fast and Furious. Thank you very much. Thank you. Cheers. ਮੈਂ ਹੁਣ ਕੀ ਕਹਿ ਸਕਦਾ, ਕਦੇ ਐਦਾਂ ਦੇ ਮੌਕੇ ਆਏ ਨਹੀਂ ਜਿੱਥੇ ਮੈਨੂੰ ਕੁਛ ਨਾ ਕਹਿਣ ਨੂੰ ਹੋਵੇ, ਬਟ ਤੁਸੀਂ ਮੈਨੂੰ ਇੰਨਾ ਮਾਣ ਦਿੱਤਾ, ਸਤਿਕਾਰ ਦਿੱਤਾ ਕਿ ਮੈਨੂੰ ਜੋ ਅਵਾਰਡ ਦਿੱਤਾ ਕਮਿਊਨਿਟੀ ਦਾ, ਮੈਨੂੰ ਕਦੇ ਕਿਸੇ ਨੇ ਕਮਿਊਨਿਟੀ ਦਾ ਅਵਾਰਡ ਨਹੀਂ ਦਿੱਤਾ ਕਿ ਭਾਈ ਤੁਸੀਂ ਕਮਿਊਨਿਟੀ ਲਈ ਬਹੁਤ ਅੱਛਾ ਕਰ ਰਹੇ ਆ ਜਾਂ ਨਹੀਂ, ਪਰ ਜੋ ਮੈਂ ਮੈਸੇजेस ਕੋਵਿਡ ਦੇ ਵਿੱਚ ਦਿੱਤੇ ਕਿ ਸਿਆਣਿਆਂ ਨੂੰ ਖਾਸ ਤੌਰ ਤੇ for all our elderly, look, stay at home, get vaccinated, and the help that I provided in getting people, that we all provided in getting people back from India, because you know my dad wanted to go to India as well last year, and I said, Dad, to see the India, but there were a lot of parents who were still stuck out there, and I just felt it upon myself कि हरजाब देखो ये सारे जो बजुर्ग है तेरी शो देखते हैं, तेनू इन्हां दी बांह फड़नी पैनी आ, ये तेनू पुत्त कहंदे आ, तो फिर पुत्त दा फर्ज सानू पूरा करना पैंदा, राइट। जे मेरे मापे हुंदे इंडिया फसे हो तो मैं नहीं हेल्प करदा तो तुसी भी मेरे मापे आंगे थोड़े। Listen, it doesn't matter if you like me or you don't like me, but your mum and dad are exactly like my mum and dad. A community ਦਾ ਮਤਲਬ ਹੀ ਹੁੰਦਾ, I treat everyone like the same, ਮੈਂ ਇਹੀ ਕੋਸ਼ਿਸ਼ ਕਰਦਾ ਕਿ ਸਾਰਿਆਂ ਦੀ ਮਦਦ ਕਰੀਏ. I try and help everyone. I don't know what to say. It's the first time I've ever been awarded like anything for my community stuff that I do. So usually I get an award, to lawyer of the year, या तू आ बड़े बड़े immigration वाला काम किया, तेरी कंपनी ऐदा, पर मैंने किसने ये नहीं कहा कि हर जो गल्लां ही करदा बजुर्गां नाल या तो सारे बच्चों नाल करदा उन्हां लई, सो उन्हां लई थैंक यू. सो मैनू बहुत इस चीज़ का मान तो नहीं कह सकता, मैं तो यही कह सकता कि मैं बहुत हंबल्ड है इस चीज़ नाल, तो इस चीज़ का मैं बहुत शुक्रगुजार हाँ. एंड मैं थोड़ा सिर्फ अपना प्यार ही दे सकता है. मैं आई जस्ट वांट प्यार इन रिटर्न. मैं बस कुछ नहीं मांगता, मैंने सिर्फ प्यार ही चाहिए मुड़ के. मैं यही कहूँगा सारे सुरक्षित रहो, एवरीबॉडी स्टे सेफ, एवरीबॉडी लेट्स प्रोटेक्ट आवर एल्डर्स. मैं स्पीच भी यही कहा सी कि ਆਪਾਂ ਸਾਰੇ ਇੱਕ ਟੱਬਰ ਆ, ਭਾਵੇਂ ਇੱਕ ਦੂਜੇ ਨੂੰ ਲਾਈਕ ਕਰਦੇ ਜਾਂ ਨਹੀਂ ਲਾਈਕ ਕਰਦੇ, ਟੱਬਰਾਂ 'ਚ ਵੀ ਰੌਲੇ ਹੁੰਦੇ ਆ ਨਾ, ਰੌਲੇ ਪੈਂਦੇ ਆ, ਇੱਕ ਦੂਜੇ ਨੂੰ ਲਾਈਕ ਨਹੀਂ ਕਰੀਦਾ, ਪਰ ਫਿਰ ਵੀ ਆਪਾਂ ਫੈਮਿਲੀ ਆ ਨਾ, ਆਪਾਂ ਇੱਕ ਫੈਮਿਲੀ ਆ. ਆਪਾਂ ਜੋ ਏਸ਼ੀਅਨ ਕਮਿਊਨਿਟੀ ਆ ਉਹ all a family, ਐਂਡ ਆਪਾਂ ਨੂੰ ਉਹ ਚੀਜ਼ਾਂ ਕਰਨੀਆਂ ਚਾਹੀਦੀਆਂ ਜੋ ਆਪਣੀ ਫੈਮਿਲੀ ਨੂੰ ਬਚਾਉਂਦਾ ਚਾਹੀਦਾ. ਐਂਡ ਜਦੋਂ ਵੀ ਸਾਡੇ ਕਿਸੇ ਦਾ ਫਰਜ਼ ਬਣਦਾ ਕਿ ਆਪਾਂ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਬਚਾਈਏ. ਸੋ ਦੈਟਸ, ਮੈਂ ਇਹੀ ਚੀਜ਼ ਕਹਿਣਾ ਚਾਹੁੰਦਾ ਹਾਂ. I don't know, I people saying I haven't got any words, but I said a lot. But मैं बस यही कहूँगा कि thank you very much for giving me this award. I didn't know I was going to get it. मैं तो बस ਤੁਹਾਡੇ ਵਾਂਗ ਲੈਮ ਲੂਮ ਖਾਣ ਆਇਆ ਸੀਗਾ, ਤੇ ਮਾੜਾ ਮੋਟਾ ਖਾਣ ਪੀਣ ਦੇ ਸ਼ੌਕੀਨ ਹੈ ਜਿਵੇਂ ਤੁਸੀਂ, ਤੇ ਮੈਨੂੰ ਕੀ ਪਤਾ ਕਿ ਮੈਨੂੰ ਇਹਨਾਂ ਦੇ ਹੱਥ ਟਰੋਫੀ ਫੜਾ ਦੇਣੀ ਆ. But thank you very much. ਮੈਂ ਸਾਰਿਆਂ ਨੂੰ ਇਹੀ ਕਹਿਣਾ ਕਿ ਥੈਂਕ ਯੂ, ਤੁਸੀਂ ਮੈਨੂੰ ਇਸ ਕਾਬਿਲ ਸਮਝਿਆ. ਮੈਂ ਇਸੇ ਤਰ੍ਹਾਂ ਕੋਸ਼ਿਸ਼ ਕਰੂੰਗਾ ਕਿ ਤੁਹਾਡੇ ਟੱਬਰਾਂ ਦੀ, ਸਾਡੇ ਟੱਬਰਾਂ ਦੀ, ਆਪਾਂ ਉਹਨਾਂ ਨੂੰ ਇਨਫੋਰਮਡ ਰੱਖੇ. ਐਂਡ ਆਈ always say, ਦੇਖੋ ਜੀ, whatever the question is, the answer is always education. ਆਪਾਂ ਐਜੂਕੇਟ ਕਰੀਏ ਇੱਕ ਦੂਜੇ ਨੂੰ, ਆਪਾਂ ਇੱਕ ਦੂਜੇ ਨੂੰ ਬੰਦੇ ਸਮਝ ਕੇ ਚੱਲੀਏ, ਐਂਡ ਆਪਾਂ ਇੱਕ ਦੂਜੇ ਦੀ ਮਦਦ ਕਰਨ ਦੀ ਕੋਸ਼ਿਸ਼ ਕਰੀਏ ਜਿੱਥੇ ਤੱਕ ਹੁੰਦੀ ਹੈ. So thank you very much.
मैं जी रब का शुक्र करदा, सारे टब्बरां का शुक्र करदा जी जिन्हां ने मैनूं इस योग समझा। एंड सारे TV चैनलों के, भावें MATV होवे, 6 चैनल होवे, ब्रिटिशिया होवे, जो मर्जी होवे जी, जो PTC होवे, थैंक यू वेरी मच। मेरे वालों इन्हें थैंक यू ही कह सकते हैं जी। हुण मेरा ख्याल हो मैं वो लैम करी खाई आवां, नहीं तो ठंडी हो जानी है। जिहड़ी चीज़ करना असीं वो तो करिए, बाकी दी गल्लां छड्डो, है ना। दिल खुश करना चाहिए।